ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਮਹਾਰਾਜ ਨੇ ਆਪਣੇ ਦਰ ਘਰ ਦੀ ਹਾਜ਼ਰੀ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਲੜੀਵਾਰ ਜੋ ਕਥਾ ਇਤਿਹਾਸ ਦੀ ਚੱਲ ਰਹੀ ਹੈ, ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ ਛੰਦਾਬੰਦੀ ਅੰਦਰ ਮਹਾਨ ਵਿਦਵਾਨ ਧੰਨ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਅੰਸ਼-ਬੰਸ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਚੱਲ ਰਹੀ ਹੈ। ਪਹਿਲੇ ਪਾਤਸ਼ਾਹ ਆਦ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਤਿਗੁਰੂ ਜੀ ਦਾ ਜੀਵਨ ਪ੍ਰਸੰਗ ਆਪਾਂ 52ਵੇਂ ਘਰ ਤੱਕ ਕੱਲ ਸਰਵਣ ਕੀਤਾ ਹੈ। ਜੋ ਕੱਲ ਦਾ ਪ੍ਰਸੰਗ ਸੀ, ਰੂਮ ਬਲਾਇਤ ਦੇਸ਼ ਵਿੱਚ ਮਹਾਰਾਜ ਗਏ, ਕਿਵੇਂ ਉੱਥੇ ਹਮੀਦ ਕਾਰੂ ਬਾਦਸ਼ਾਹ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਨਸੀਹਤਨਾਮਾ ਉਚਾਰ ਕਰਕੇ ਉਸ ਤੇ ਮਿਹਰ ਕੀਤੀ, ਸਮਝਾਇਆ। ਫਿਰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਹੈ, ਗੁਰੂ ਕਾ ਸਿੱਖ ਬਣਿਆ, ਗੁਰੂ ਪਾਤਸ਼ਾਹ ਦਾ ਉਪਦੇਸ਼ ਮੰਨ ਕਰਕੇ ਬਾਣੀ ਨਾਲ ਜੁੜ ਗਿਆ ਹੈ। ਹੋਰ ਵੀ ਉਸ ਦੇਸ਼ ਦੀਆਂ ਸੰਗਤਾਂ ਮਹਾਰਾਜ ਦੇ ਚਰਨੀ ਲੱਗੀਆਂ ਹਨ। ਇਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਕਿ ਭਾਈ ਪਰਮੇਸ਼ਰ ਦਾ ਨਾਮ ਸਿਮਰਨਾ ਹੈ। ਕਿਹਾ ਮਹਾਰਾਜ ਦਰਸ਼ਨ ਫਿਰ ਕਦੋਂ ਹੋਣਗੇ? ਮਹਾਰਾਜ ਕਹਿੰਦੇ ਜਦੋਂ ਹਿਰਦੇ ਅੰਦਰ ਧਿਆਨ ਧਰੋਗੇ ਹੀ ਸਾਡਾ ਮਿਲਣਾ ਹੈ। ਇੱਥੋਂ ਫਿਰ ਪਾਤਸ਼ਾਹ ਜੀ ਅੱਗੇ ਚੱਲੇ ਹਨ, ਬਗਦਾਦ ਇਤਿਆਦਿ ਗਏ ਨੇ। ਉਹ ਕਥਾ ਆ ਰਹੀ ਹੈ। 53ਵੇਂ ਘਰ ਦਾ ਪ੍ਰਸੰਗ ਆਓ ਪ੍ਰੇਮ ਔਰ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਰਬ ਰਸਨ ਤੇ ਰਸ ਭਲਾ ਸਾਧ ਲੇਹ ਜੇ ਕੋਏ। ਭਾਈ ਦੁਨੀਆ ਦੇ ਸਾਰੇ ਰਸਾਂ ਦੇ ਵਿੱਚੋਂ ਸਭ ਤੋਂ ਭਲਾ ਰਸ, ਸ੍ਰੇਸ਼ਟ ਰਸ, ਜਿਸ ਦਾ ਜੇ ਕੋਈ ਭਾਈ ਆਨੰਦ ਸਵਾਦ ਲੈ ਲਵੇ
ਉਹ ਕੀ ਹੈ ਅੱਗੇ ਮੰਗਲ ਰੂਪ ਦੇ ਵਿੱਚ ਇਹ ਦੋਹਰਾ ਉਚਾਰਿਆ ਦੱਸ ਰਹੇ ਹਨ। ਸ੍ਰੀ ਗੁਰਮੁਖ ਤੇ ਨਾਮ ਸੁਨ, ਜਪਹਿ ਸਦਾ ਸੁਖ ਹੋਏ। ਸ੍ਰੀ ਗੁਰਮੁਖ ਸੁਭਾਏਮਾਨ ਗੁਰੂ ਦੇ ਮੁਖ ਤੋਂ ਭਾਈ ਨਾਮ ਸੁਣ ਕਰਕੇ ਜਿਹੜਾ ਕੋਈ ਹਮੇਸ਼ਾ ਲਈ ਜਪਦਾ ਹੈ ਸਭ ਤੋਂ ਭਲਾ ਸਵਾਦ ਆਨੰਦ ਹੈ ਤੇ ਹਮੇਸ਼ਾ ਲਈ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰਮੁਖ ਤੇ ਨਾਮ ਸੁਣ, ਦੂਜਾ ਅਰਥ ਇਹ ਵੀ ਹੈ ਭਾਈ ਜਿਹੜੇ ਸ਼੍ਰੋਮਣੀ ਗੁਰਮੁਖ ਪੁਰਸ਼ ਹਨ ਉਹਨਾਂ ਤੋਂ ਪਰਮੇਸ਼ਰ ਦਾ ਨਾਮ ਸੁਣਨਾ, ਫਿਰ ਉਹਨੂੰ ਜਪਣਾ ਔਰ ਸਦਾ ਵਾਸਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਚੌਪਈ ਹਰੀ ਪ੍ਰੇਮ ਸੁਨ ਕਥਾ ਰਸਾਲਾ। ਹੇ ਬਾਬਾ ਪ੍ਰੇਮ ਸਿੰਘ ਜੀ ਬੇਦੀ ਸਾਹਿਬ, ਸੰਤਰੇਣ ਪ੍ਰੇਮ ਸਿੰਘ ਕਹਿੰਦੇ ਅੱਗੇ ਗੁਰੂ ਨਾਨਕ ਦੇਵ ਦੀ ਰਸਦਾਇਕ ਰਸ ਆਲਾ ਦੋ ਸ਼ਬਦਾਂ ਦਾ ਜੋੜ ਹੈ ਰਸਾਲਾ, ਭਾਵ ਰਸਾਂ ਦਾ ਘਰ। ਇਹ ਕਥਾ ਸਰਵਣ ਕਰੋ ਜਿਸ ਮਹਿ ਮਾਰਗ ਮੁਕਤ ਵਿਸਾਲਾ, ਜਿਹਦੇ ਵਿੱਚ ਕਥਾ ਦੇ ਵਿੱਚ ਜੋ ਮੁਕਤੀ ਦਾ ਮਹਾਨ ਮਾਰਗ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ। ਦੀਨ ਬੰਦ ਕੀਨੋ ਪ੍ਰਸਥਾਨਾ। ਦੀਨਾ ਬੰਧੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਅੱਗੇ ਭਾਈ ਚੱਲਣਾ ਕੀਤਾ ਹੈ। ਜਹਾਂ ਸ਼ਹਿਰ ਬਗਦਾਦ ਮਹਾਨਾ, ਜਿੱਥੇ ਬਹੁਤ ਵੱਡਾ ਮਹਾਨ ਸ਼ਹਿਰ ਬਗਦਾਦ ਹੈ। ਬਕਰ ਖਲੀਫਾ ਨ੍ਰਿਪ ਤੇ ਥਾਨ। ਇੱਥੋਂ ਦਾ ਜਿਹੜਾ ਰਾਜਾ ਸੀ ਬਕਰ ਨਾਮ ਦਾ ਖਲੀਫਾ ਹੋਇਆ, ਉਹ ਉੱਥੋਂ ਦਾ ਭਾਈ ਨ੍ਰਿਪ ਮੁਖੀ ਸੀ, ਰਾਜਾ ਸੀ। ਭਾਵ ਇਹ ਖਲੀਫਾ ਵੀ ਇੱਕ ਅਵਧੀ ਹੈ ਧਰਮ ਪੁਰਸ਼ਾਂ ਦੀ। ਪੀਰਾਂ ਫਕੀਰ ਹੋਏ, ਪੀਰ ਹੋਏ, ਖਲੀਫੇ ਹੋਏ। ਇਹਦਾ ਨਾਂ ਸੀ ਬਕਰ ਖਲੀਫਾ। ਨ੍ਰਿਪ ਤੇ ਥਾਨ ਉੱਥੋਂ ਦਾ ਰਾਜਾ ਹੈ। ਉਪਜਤ ਨਹਿ ਤਿਨ ਗ੍ਰਹਿ ਸੰਤਾਨ। ਉਸ ਦੇ ਘਰ ਕੋਈ ਸੰਤਾਨ ਨਹੀਂ ਪੈਦਾ ਹੋਈ। ਦਸਤਗੀਰ ਪੀਰ ਨ੍ਰਿਪ ਘੇਰਾ। ਦਸਤਗੀਰ ਪੀਰ ਜੋ ਰਾਜੇ ਦਾ ਪੀਰ ਹੈ। ਦਸਤਗੀਰ ਵੱਡਾ ਬਗਦਾਦ ਦਾ ਪੀਰ ਸੀ। ਰਾਜੇ ਨੇ ਉਸ ਨੂੰ ਬਕਰ ਖਲੀਫੇ ਨੇ ਪੁੱਛਿਓ ਸੁੱਤ ਉਪਾਏ ਇੱਕ ਬੇਰਾ। ਇਉਂ ਪੁੱਛਿਆ ਵੀ ਕੋਈ ਉਪਾਅ ਦੱਸੋ ਕਿ ਇੱਕ ਪੁੱਤਰ ਪੈਦਾ ਹੋ ਜਾਵੇ। ਦਸਤਗੀਰ ਕਹਿ ਹੈ ਜੋ ਫਕੀਰ। ਦਸਤਗੀਰ ਕਹਿੰਦਾ ਵੀ ਜੇ ਕੋਈ ਇਸ ਤਰ੍ਹਾਂ ਦਾ ਫਕੀਰ, ਕਰਾਮਾਤ ਇਨ ਮੈਂ ਲਾਹੋ ਧੀਰ। ਤੇ ਜਿਨ੍ਹਾਂ ਵਿੱਚ ਕੋਈ ਕਰਾਮਾਤ ਵੇਖੇ, ਜਿਹੜੇ ਕਹਿੰਦੇ ਅਸੀਂ ਕਰਾਮਾਤੀ ਹਾਂ। ਦਸਤਗੀਰ ਪੀਰ ਕਹਿਣ ਲੱਗਿਆ ਜਿੰਨੇ ਫਕੀਰ ਨੇ ਜਾਂ ਕੋਈ ਕਰਾਮਾਤੀ, ਇਨ ਮੈਂ ਲਾਹੋ ਧੀਰ, ਇਹਨਾਂ ਸਾਰਿਆਂ ਨੂੰ ਸੱਦ ਲੈ। ਸਭ ਫਕੀਰ ਅਬ ਪਕਰ ਮੰਗਾਵੋ। ਸਾਰੇ ਫਕੀਰਾਂ ਨੂੰ ਫੜ ਕੇ ਇਕੱਠੇ ਕਰ ਲੈ। ਦੇਹ ਤਾਤ ਨਤ ਕੈਦ ਕਰਾਵੋ। ਤੇ ਉਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਗੱਲ ਕਹਿ ਵੀ ਇੰਨੇ ਪੀਰੋ ਫਕੀਰੋ, ਕਿਉਂਕਿ ਬਗਦਾਦ ਵਿੱਚ ਬਹੁਤ ਪੀਰ ਫਕੀਰ ਸਨ। ਦੇਹ ਤਾਤ, ਜਾਂ ਤੇ ਮੈਨੂੰ ਪੁੱਤਰ ਦਾ ਦਾਤ ਦਿਓ, ਨਤ ਕੈਦ ਕਰਾਵੋ, ਨਹੀਂ ਮੈਂ ਕੈਦ ਕਰ ਦੇਵਾਂਗਾ। ਤਾਤ ਨਿਮਿਤ ਗਹਿ ਕੈਦ ਫਕੀਰ। ਤਾਂ ਉਸ ਜਿਹੜਾ ਹੈ ਬਕਰ ਖਲੀਫਾ ਰਾਜੇ ਨੇ ਪੁੱਤਰ ਦੀ ਪ੍ਰਾਪਤੀ ਦੇ ਵਾਸਤੇ ਉਹਨਾਂ ਫਕੀਰਾਂ ਨੂੰ ਫੜ ਕੇ ਕੈਦ ਕਰ ਲਿਆ। ਕਹਿ ਦੇਹੋ ਸੁੱਤ ਨਤ ਦਹਿ ਪੀਰ। ਕਹਿੰਦਾ ਹੁਣ ਤੁਸੀਂ ਉਹ ਕਰਾਮਾਤੀ ਪੀਰ ਫਕੀਰ, ਜਾਂ ਤੇ ਮੈਨੂੰ ਪੁੱਤਰ ਵਰ ਦਿਓ, ਮੇਰੇ ਪੁੱਤਰ ਹੋਵੇ, ਨਹੀਂ ਨਤ ਦਹਿ ਪੀਰ, ਨਹੀਂ ਤਾਂ ਫਿਰ ਤੁਹਾਨੂੰ ਪੀਰ ਦਾ ਅਰਥ ਇੱਥੇ ਪੀੜਾ, ਤੁਹਾਨੂੰ ਦੁੱਖ ਦੇਵਾਂਗਾ। ਕੋ ਨ ਤਿਨ ਕੋ ਸਕੈ ਛੁਡਾਏ। ਹੁਣ ਉਹ ਜਿੰਨੇ ਪੀਰ ਫਕੀਰ ਜੇਲ੍ਹ 'ਚ ਬੰਦ ਕਰਤੇ ਬਕਰ ਖਲੀਫੇ ਰਾਜੇ ਨੇ, ਤੇ ਕੋਈ ਉਹਨਾਂ ਨੂੰ ਛੁਡਾ ਨਾ ਸਕਿਆ।
ਕੋਈ ਐਡੀ ਪਾਵਰ ਵਾਲਾ ਹੈ ਹੀ ਨਹੀਂ ਸੀ ਜਿਹੜਾ ਕੋਈ ਪੀਰਾਂ ਫਕੀਰਾਂ ਨੂੰ ਛੁਡਾ ਸਕੇ। ਤੈਨ ਦੁੱਖ ਦੂਰ ਕਰਨ ਗੁਰ ਆਏ। ਉਹ ਸਾਰੇ ਜਾਣੇ ਪੀਰ ਫਕੀਰ ਖੁਦਾ ਦੇ ਅੱਗੇ ਪੁਕਾਰਾਂ ਕਰਦੇ ਆ ਤੇ ਉਹਨਾਂ ਦਾ ਗੁਰਮੁਖੋ ਦੁੱਖ ਦੂਰ ਕਰਨ ਦੇ ਵਾਸਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਏ। ਪੁਰ ਤੇ ਵਹਿਰ ਰੁਚਰ ਜਲ ਹੇਰਾ। ਨਗਰ ਬਗਦਾਦ ਤੋਂ ਬਾਹਰ ਸੋਹਣਾ ਜਲ ਵੇਖਿਆ। ਬੈਠ ਗਏ ਸਤਿਗੁਰ ਕਰ ਡੇਰਾ। ਸਤਿਗੁਰੂ ਜੀ ਉੱਥੇ ਡੇਰਾ ਸਥਾਨ ਭਾਵ ਬੈਠ ਗਏ ਨੇ। ਡੇਰਾ ਕਰਨਾ ਵੀ ਕਿਤੇ ਵੀ ਬੈਠ ਜਾਣਾ ਉਹਨੂੰ ਡੇਰਾ ਕਹਿ ਦਿੰਦੇ ਆ। ਸਤਿਗੁਰੂ ਜੀ ਬੈਠ ਗਏ। ਸ੍ਰੀ ਸਤਿਗੁਰ ਪੜ੍ਹੈ ਮੁਖ ਬਾਣੀ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਤਿਗੁਰੂ ਜੀ ਮੁਖੋਂ ਬਾਣੀ ਪੜ੍ਹਦੇ ਹਨ। ਸ੍ਰੀ ਕਰਤਾਰ ਸਿਫਤ ਮਹਿਸਾਨੀ। ਜਿਹੜੀ ਭਾਈ ਸਭ ਤੋਂ ਸ਼੍ਰੋਮਣੀ ਜੋ ਕਰਤਾਰ ਕਰਤਾ ਪੁਰਖ ਉਹਦੀ ਸਿਫਤ ਵਿੱਚ ਭਿੱਜੀ ਹੈ। ਲੱਖ ਪਾਤਾਲ ਲੱਖ ਆਕਾਸ। ਜੋ ਜਪਜੀ ਸਾਹਿਬ ਵਿੱਚ ਆਉਂਦਾ ਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਨ ਇੱਕ ਬਾਤ। ਸਤਿਗੁਰੂ ਜੀ ਨੇ ਇਹ ਭਾਈ ਲੱਖ ਪਤਾਲ ਲੱਖ ਕਾਸਾਂ ਵਾਲਾ ਇਹੋ ਜਬ ਸ਼ਬਦ ਪੜ੍ਹਿਓ ਸੁਖ ਰਾਸ। ਸੁੱਖਾਂ ਦੀ ਰਾਸ ਸਤਿਗੁਰੂ ਜੀ ਨੇ ਜਦੋਂ ਇਹ ਸ਼ਬਦ ਪੜ੍ਹਿਆ। ਏਕ ਮੁਰੀਦ ਪੀਰ ਕੋ ਆਇਨ। ਇੱਕ ਭਾਈ ਉਸ ਜਿਹੜਾ ਹੈ ਦਸਤਗੀਰ ਪੀਰ ਦਾ ਇੱਥੇ ਮੁਰੀਦ ਆਇਆ ਹੈ। ਸੁਨਿਓ ਸ਼੍ਰੋਨ ਮਹਿ ਤਰਕ ਕਰਾਇਨ। ਉਹਨੇ ਜਦੋਂ ਇਹ ਗੱਲ ਕੰਨੀ ਸੁਣੀ ਕਿ ਲੱਖਾਂ ਪਤਾਲ ਲੱਖਾਂ ਆਕਾਸ਼, ਕਿਉਂਕਿ ਮੁਸਲਮਾਨੀ ਮੱਤ ਦੇ ਵਿੱਚ 14 ਤਪਕ ਮੰਨੇ ਐ, 7 ਪਤਾਲ ਤੇ 7 ਆਕਾਸ਼। ਇਧਰੋਂ ਲੱਖਾਂ ਹੀ ਆਕਾਸ਼ ਪਤਾਲ ਸੁਣਿਆ। ਸੁਣਿਓ ਸ਼੍ਰੋਨ ਮਹਿ ਤਰਕ ਕਰਾਂਗੇ। ਉਹਨੇ ਤਰਕ ਕੀਤਾ ਹੈ। ਦਸਤਗੀਰ ਸੋ ਕਹਿਓ ਸੁਣਾਏ। ਦਸਤਗੀਰ ਪੀਰ ਨੂੰ ਜਾ ਕੇ ਦੱਸਿਆ ਹੈ। ਇੱਕ ਫਕੀਰ ਦੇਖਿਓ ਮੈਂ ਅੱਜ ਆਏ। ਅੱਜ ਮੈਂ ਬਾਹਰ ਉਧਰ ਜਲ ਹੈ ਜਿੱਥੇ ਉਧਰ ਨੂੰ ਗਿਆ ਸੀ ਸਰੋਵਰ ਵੱਲ। ਉੱਥੇ ਇੱਕ ਫਕੀਰ ਵੇਖਿਆ। ਤਿਸ ਨੇ ਲੱਖ ਆਕਾਸ਼ ਪਤਾਲੇ। ਉਸ ਨੇ ਲੱਖਾਂ ਹੀ ਆਕਾਸ਼ ਔਰ ਲੱਖਾਂ ਹੀ ਪਤਾਲ ਇਹ ਗੱਲ ਕਹੀ। ਬਹੁਰ ਨ ਓਰਕ ਥਕ ਰਹਿ ਭਾਲੇ। ਕਹਿੰਦੇ ਫੇਰ ਵੀ ਇਹਨਾਂ ਦਾ ਕੋਈ ਅੰਤ ਨਹੀਂ ਹੈ। ਲੱਖ ਕਹਿ ਕੇ ਵੀ ਕੋਈ ਅੰਤ ਨਹੀਂ, ਸਗੋਂ ਬੇਅੰਤ ਹੀ ਭਾਲ ਭਾਲ ਕੇ ਥੱਕ ਗਏ, ਕੋਈ ਅੰਤ ਨਹੀਂ ਆਇਆ। ਲਿਖਿਓ ਖਿਲਾਫ ਗੁਰਾਂ ਦਰਮਿਆਨਾ। ਇਹ ਤਾਂ ਕਹਿੰਦੇ ਕੋਈ ਖਿਲਾਫ ਲਿਖਿਆ ਗੁਰਾਂ ਦਰਮਿਆਨਾ, ਜਾਂ ਕਿ ਆਪਣੇ ਮਤ ਦੇ ਉਹਨਾਂ ਖਿਲਾਫ ਇਹ ਗੱਲ ਲਿਖੀ ਹੈ। ਕੂਰੋ ਕੇ ਦੋ ਫਕੀਰ ਇਆਨਾ। ਜਾਂ ਇਹ ਗੱਲ ਲਿਖਿਓ ਖਿਲਾਫ ਗੁਰਾਂ ਦਰਮਿਆਨਾ। ਜਾਂ ਤਾਂ ਕੋਈ ਧਰਮ ਗ੍ਰੰਥਾਂ ਆਪਣੇ ਕੁਰਾਨ ਇਤਿਆਦਿਕ ਵਿੱਚ ਇਹ ਉਹਦੇ ਖਿਲਾਫ ਗੱਲ ਲਿਖੀ ਹੈ, ਕੋਈ ਗਲਤ ਝੂਠ ਲਿਖਿਆ। ਜਾਂ ਕੂਰੋ ਕਿਦੋਂ ਫਕੀਰ ਇਆਨਾ। ਜਾਂ ਫਿਰ ਉਹ ਜਿਹੜਾ ਫਕੀਰ ਹੈ ਉਹ ਅਣਜਾਣ ਹੈ, ਉਹ ਝੂਠ ਬੋਲਦਾ ਹੈ। ਦਸਤਗੀਰ ਸੁਣ ਕੇ ਤਿਸ ਬੇਰਾ। ਦਸਤਗੀਰ ਫਕੀਰ ਨੇ ਪੀਰ ਨੇ ਗੱਲ ਉਸ ਸਮੇਂ ਸੁਣੀ। ਮਨ ਮਹਿ ਕੀਨੋ ਕ੍ਰੋਧ ਵਡੇਰਾ। ਉਸ ਨੇ ਮਨ ਦੇ ਵਿੱਚ ਬਹੁਤ ਕ੍ਰੋਧ ਕੀਤਾ ਹੈ। ਆਇਸ ਸਗਰੇ ਨਗਰ ਪਠਾਈ। ਸਾਰੇ ਨਗਰ ਵਿੱਚ ਉਹਨੇ ਆਗਿਆ ਭੇਜ ਦਿੱਤੀ। ਸੰਗ ਸਾਰ ਤਿਸ ਕਰੀਏ ਜਾਈ। ਕਿ ਜਾਓ ਜਿਹੜਾ ਫਕੀਰ ਇਹ ਗੱਲ ਕਹਿੰਦਾ ਬਾਹਰ ਬੈਠਾ ਹੈ ਉਹਨੂੰ ਸੰਗਸਾਰ ਕਰ ਦਿਓ, ਭਾਵ ਪੱਥਰ ਮਾਰ ਮਾਰ ਕੇ ਮਾਰਨਾ। ਇਹ ਮੁਸਲਮਾਨੀ ਮਤ ਦੇ ਵਿੱਚ ਸ਼ਰ੍ਹਾ ਦੇ ਵਿੱਚ ਇਹ ਵੀ ਇੱਕ ਤਰ੍ਹਾਂ ਦੀ ਮੌਤ ਦੀ ਸਜ਼ਾ ਸੀ। ਕਿਸੇ ਨੂੰ ਕਾਜੀ ਸੁਣਾ ਦਿੰਦੇ ਹੁੰਦੇ ਸੀ ਇਹਨੂੰ ਸੰਗਸਾਰ ਕੀਤਾ ਜਾਵੇ, ਭਾਵ ਇਹਦੇ ਪੱਥਰ ਮਾਰ ਮਾਰ ਕੇ ਇਹਨੂੰ ਮਾਰਿਆ ਜਾਵੇ। ਧਰਤੀ 'ਚ ਗੱਡ ਦਿੰਦੇ ਸਨ, ਮੂੰਹ ਬਾਹਰ ਹੁੰਦਾ ਸੀ, ਫਿਰ ਪੱਥਰ ਮਾਰਨੇ ਜਾਂ ਕਿਸੇ ਦੇ ਮੂੰਹ ਮਾਰਨੇ ਪੱਥਰ। ਕਈ ਤਰ੍ਹਾਂ ਤਰ੍ਹਾਂ ਦੀ ਸਜ਼ਾ ਹੁੰਦੀ ਸੀ।
ਜਾਓ ਉਸ ਨੂੰ ਸੰਗਸਾਰ ਕਰੋ। ਦਸਤਗੀਰ ਕੀ ਆਇਸ ਪਾਏ। ਦਸਤਗੀਰ ਪੀਰ ਨੂੰ ਸਾਰੇ ਮੰਨਦੇ ਸੀ, ਬਗਦਾਦ ਦੇ ਰਾਜਾ ਮੰਨਦਾ। ਉਹਦੀ ਆਗਿਆ ਪਾ ਕੇ ਬਾਲਕ ਬੁੱਢੇ ਤਰਨੇ ਧਾਏ। ਬੱਚੇ ਕੀ ਬੁੱਢੇ ਕੀ ਜਵਾਨ ਕੀ ਸਭ ਭੱਜ ਪਏ। ਇੱਕ ਇੱਕ ਪਾਹਨ ਸਭ ਨੇ ਲੀਨਾ। ਇੱਕ ਇੱਕ ਪੱਥਰ ਹੱਥ ਵਿੱਚ ਸਭ ਨੇ ਲਿਆ ਹੈ। ਢੋਲ ਵਾਏ ਵੱਡ ਰੌਰਾ ਕੀਨਾ। ਢੋਲ ਵਜਾ ਕੇ ਬੜਾ ਵੱਡਾ ਰੌਲਾ ਪਾਇਆ। ਸ੍ਰੀ ਨਾਨਕ ਸੁਨ ਕਹਿ ਤਿਸ ਕਾਲਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਸਮੇਂ ਸੁਣ ਕੇ ਬਾਂਗ ਅਕਾਲਾ ਦੀਨ ਵਿਸਾਲਾ। ਉਥੇ ਭਾਈ ਅਕਾਲ ਦੀ ਬਾਂਗ ਦਿੱਤੀ। ਬਹੁਤ ਵੱਡਾ ਭਾਵ ਇੱਥੇ ਗੁਰਮੁਖੋ ਮਹਾਰਾਜ ਨੇ ਪਹਿਲੀ ਵਾਰ ਇਹ ਗੁਰਬਰ ਅਕਾਲ, ਸਤਿ ਸ੍ਰੀ ਅਕਾਲ, ਇਹ ਜਿਹੜਾ ਹੈ ਨਾਰਾ ਲਾਇਆ ਸੀ, ਜਿਹੜਾ ਆਪਾਂ ਜੈਕਾਰਾ ਬੋਲਦੇ ਹਾਂ ਅਰਦਾਸ ਤੋਂ ਬਾਅਦ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਸਤਿ ਸ੍ਰੀ ਅਕਾਲ। ਇਹ ਹੈ ਗੁਰੂ ਪਾਤਸ਼ਾਹ ਨੇ ਪਹਿਲਾਂ ਮਹਾਰਾਜ ਨੇ ਕਿਹਾ ਸੀ ਲਾਉਣਾ ਤਾਂ ਸੀ 10ਵੇਂ ਜਾਮੇ 'ਚ, ਪਰ ਹੁਣ ਇੱਥੇ ਲਾਤਾ। ਇਉਂ ਨਿਰੰਕਾਰ ਦਾ ਉਹ ਭਾਈ ਬਾਂਗ ਅਕਾਲਾ ਦੀਨ ਵਿਸਾਲਾ, ਵੱਡੀ ਅਕਾਲ ਦੀ ਬਾਂਗ ਦਿੱਤੀ। ਨਿਰੰਕਾਰ ਸਤਿ ਸ੍ਰੀ ਅਕਾਲ। ਇਹ ਜੋ ਨਿਰਾਕਾਰ ਹੈ ਉਹ ਸਤ ਹੈ, ਸ੍ਰੀ ਸ਼੍ਰੋਮਣੀ ਹੈ, ਅਕਾਲ ਕਾਲ ਤੋਂ ਰਹਿਤ ਹੈ। ਗੁਰਬਰ ਏਕੰਕਾਰ ਕਿਰਪਾਲ। ਉਹ ਸਭ ਦਾ ਗੁਰ ਹੈ, ਵੱਡਾ ਗੁਰ ਹੈ, ਏਕ ਓੰਕਾਰ ਕਿਰਪਾਲੂ। ਸੁਨ ਕਰ ਬਾਂਗ ਜਿਤੇ ਨਾਰੇ ਆਏ। ਇਸ ਤਰ੍ਹਾਂ ਕਿਉਂਕਿ ਮੁਸਲਮਾਨ ਬਾਂਗ ਉੱਚੀ ਆਵਾਜ਼ ਦਿੰਦੇ, ਉਹਨੂੰ ਕਹਿੰਦੇ ਵੀ ਮੁੱਲਾਂ ਨੇ ਬਾਂਗ ਦਿੱਤੀ। ਆਪਣੇ ਹੈ ਗੁਰੂ ਘਰ ਦੇ ਵਿੱਚ ਵੀ ਭਾਈ ਹੁਕਮਨਾਮਾ ਗੁਰੂ ਕਾ ਆਵਾਜ਼ਾ ਆ ਗਿਆ ਤੇ ਇਹ ਬਾਂਗ ਕਹਿ ਦਿੰਦੇ ਆ। ਜਿੰਨੇ ਵੀ ਉੱਥੇ ਲੋਕ ਆਏ ਸਨ, ਜਦੋਂ ਸਤਿਗੁਰੂ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਸੁਨ ਮਨ ਹੋਏ ਤਹਿ ਥਾਏ, ਉਸੇ ਜਗ੍ਹਾ ਹੀ ਸੁਨ ਮਨ ਹੋ ਗਏ, ਸਭ ਜੜ ਬਣ ਗਏ। ਜਿਹਦੀ ਬਾਂਹ ਉੱਤੇ ਉਵੇਂ ਉੱਤੇ ਰਹਿ ਗਈ, ਪੱਥਰ ਹੱਥਾਂ ਵਿੱਚ ਉਵੇਂ ਜੁੜੇ ਰਹਿ ਗਏ। ਜਿਵੇਂ ਕੋਈ ਮੂਰਤੀਆਂ ਹੁੰਦੀਆਂ ਨੇ, ਸਾਰੇ ਸੁਨ ਮਨ ਇੱਕੋ ਜਗ੍ਹਾ ਹਨ। ਇੱਕ ਨਰ ਬਿਨ ਪਾਹਿਨ ਥੋ ਆਇਓ। ਉਹਨਾਂ ਵਿੱਚ ਇੱਕ ਮਨੁੱਖ ਸੀ ਜਿਹਨੇ ਪੱਥਰ ਨਹੀਂ ਸੀ ਚੁੱਕਿਆ। ਦਸਤਗੀਰ ਕੋ ਜਾਏ ਸੁਨਾਇਓ। ਉਸ ਨੇ ਜਾ ਕੇ ਦਸਤਗੀਰ ਪੀਰ ਨੂੰ ਦੱਸਿਆ। ਸੁਣ ਕਰ ਪੀਰ ਪਿਆਨਾ ਕੀਨੇ। ਇਹ ਸੁਣ ਕੇ ਦਸਤਗੀਰ ਪੀਰ ਭੱਜਿਆ ਆਇਆ। ਮਾਨਵ ਅਨਗਨ ਸੰਗਹਿ ਲੀਨੇ। ਅਨੇਕਾਂ ਹੋਰ ਮਨੁੱਖ ਆਪਣੇ ਨਾਲ ਲਏ ਹਨ। ਸਭ ਇੱਕ ਬਾਰ ਆਏ ਚੌਫੇਰੇ। ਸਾਰੇ ਜਾਣੇ ਇੱਕੋ ਵਾਰੀ ਚਾਰੇ ਪਾਸਿਓਂ ਆ ਗਏ। ਮਾਰਨ ਹਿਤ ਕੀਏ ਭੁਜਾ ਉਚੇਰੇ। ਉਹਨਾਂ ਨੇ ਵੀ ਮਾਰਨ ਵਾਸਤੇ ਬਾਹਾਂ ਉੱਚੀਆਂ ਕੀਤੀਆਂ। ਠਾਡੀ ਰਹੀ ਉਚੇਰੇ ਬਾਹਾਂ। ਉਸੇ ਤਰ੍ਹਾਂ ਬਾਹਾਂ ਤਾਹਾਂ ਨੂੰ ਖੜੀਆਂ ਰਹਿ ਗਈਆਂ। ਉਤਰੈ ਤਰਨਾ ਕਾਠ ਸਮ ਥਾ ਹੈ। ਹੇਠਾਂ ਨੂੰ ਨਹੀਂ ਹੋਈਆਂ ਬਾਹਾਂ, ਜਿਵੇਂ ਲੱਕੜ ਦੀਆਂ ਹੁੰਦੀਆਂ ਉਸੇ ਵਾਂਗੂ ਹੋ ਗਈਆਂ। ਪੀਰ ਲੱਜਤ ਹੋ ਗਇਓ ਸਮੀਪਾ। ਇਉਂ ਪੀਰ ਕੋਲ ਖੜਾ ਸ਼ਰਮਸ਼ਾਰ ਹੋ ਗਿਆ। ਬੈਠਿਓ ਜਹ ਬੇਦੀ ਕੁਲ ਦੀਪਾ। ਸਤਿਗੁਰਾਂ ਦੇ ਕੋਲ ਖੜਾ, ਜਿੱਥੇ ਦੇ ਬੇਦੀ ਕੁਲ ਦੇ ਪ੍ਰਕਾਸ਼ ਕਰਨ ਵਾਲੇ ਧੰਨ ਗੁਰੂ ਨਾਨਕ ਦਾ ਪਾਤਸ਼ਾਹ ਜੀ ਬੈਠੇ ਹਨ। ਕਹਿਤ ਭਇਓ ਤੂੰ ਕੁਫਰ ਅਲਾਵਾ। ਦਸਤਗੀਰ ਪੀਰ ਕਹਿੰਦਾ ਫਕੀਰਾ ਤੂੰ ਝੂਠ ਬੋਲਿਆ ਹੈ। ਕੋ ਹੈ ਤੂੰ ਕਿਤ ਤੇ ਚੱਲ ਆਵਾ। ਕੌਣ ਹੈ ਤੂੰ ਤੇ ਕਿੱਥੋਂ ਚੱਲ ਕੇ ਆਇਆ ਹੈ। ਕਰਾਮਾਤ ਤੈਂ ਵੱਡੀ ਦਿਖਾਈ। ਆ ਤੂੰ ਬੜੀ ਵੱਡੀ ਕਰਾਮਾਤ ਦਿਖਾਈ ਹੈ। ਲੱਖ ਪਾਤਾਲ ਆਕਾਸ਼ ਅਲਾਈ। ਜਿਹੜਾ ਤੂੰ ਲੱਖਾਂ ਪਤਾਲ ਤੇ ਲੱਖਾਂ ਹੀ ਆਕਾਸ਼ ਕਹੇ ਹਨ। ਸੁਣੀ ਪੀਰ ਤੇ ਗੁਰੂ ਬਖਾਨੇ। ਇਹ ਗੱਲ ਸੁਣ ਕੇ ਦਸਤਗੀਰ ਪੀਰ ਤੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਬਚਨ ਕਹਿਣ ਲੱਗੇ। 14 ਤਬਕ ਕੁਰਾਨ ਲਿਖਾਨੇ। ਭਾਈ ਜਿਹੜੇ 14 ਤਬਕ ਹੈ ਜੋ ਕੁਰਾਨ ਵਿੱਚ ਲਿਖੇ ਹਨ, ਤਿਸ ਕੋ ਕਹਿਨ ਹਾਰ ਹੈ ਜੋ। ਉਹ 14 ਤਬਕਾ ਜੋ ਵੀ ਕੁਰਾਨ ਨੂੰ ਕਹਿਣ ਵਾਲਾ ਹੈ, ਰਚਨ ਵਾਲਾ ਹੈ, ਤਾਂ ਕੋ 14 ਕੀ ਸੁਧ ਹੋ। ਉਹਨੂੰ ਮਹਾਰਾਜ ਕਹਿੰਦੇ ਭਾਈ 14 ਦਾ ਗਿਆਨ ਹੋਣਾ। ਉਹਨੇ 14 ਲਿਖਤੇ, ਜਿਹਨੂੰ ਜਿੰਨਾ ਪਤਾ ਸੀ ਉਹਨੇ ਉਹਨੇ ਦੱਸ ਦਿੱਤੇ। ਦਸਤਗੀਰ ਸੁਨ ਸਾਚ ਨ ਮਾਨੀ। ਦਸਤਗੀਰ ਪੀਰ ਸੁਣ ਕੇ ਕਹਿੰਦਾ ਸੱਚ ਨਾ ਮੰਨਿਆ, ਇਹ ਨਹੀਂ 14 ਹੀ ਹੈ, ਐਵੇਂ ਹੀ ਤੁਸੀਂ ਉਹੀ ਬਣਾ ਕੇ ਗੱਲ ਕਹਿਤੀ ਲੱਖਾਂ ਹੀ ਹੈ। ਹੇਤ ਬਿਲੋਕਨ ਬੋਲਿਓ ਬਾਣੀ। ਫਿਰ ਉਹ ਵੇਖਣ ਦੇ ਵਾਸਤੇ ਮੁੱਖੋਂ ਗੱਲ ਕਹਿੰਦਾ ਹੈ। ਕਹਿ ਪ੍ਰਤੀਤ ਨਾ ਆਵਹਿ ਮੋਹ ਕੋ। ਕਹਿੰਦਾ ਫਕੀਰਾ ਵੀ ਮੈਨੂੰ ਇਸ ਗੱਲ ਤੇ ਭਰੋਸਾ ਨਹੀਂ ਆਉਂਦਾ, ਲੱਖਾਂ ਹੀ ਆਕਾਸ਼ ਪਤਾਲ ਹੈ। ਦੇਹੁ ਦਿਖਾਏ ਜਿਹ ਸੁਧ ਤੋ ਕੋ। ਜਿੰਨੀ ਤੁਹਾਨੂੰ ਫਿਰ ਸਮਝ ਸੋਝੀ ਹੈ ਤੁਸੀਂ ਸਾਨੂੰ ਦਿਖਾ ਦੇਵੋ। ਸੁਤ ਮੇਰੇ ਕੋ ਸੰਗ ਲਿਜਾਵਹੁ। ਕਹਿੰਦਾ ਮੇਰੇ ਪੁੱਤਰ ਨੂੰ ਤੁਸੀਂ ਨਾਲ ਲੈ ਜਾਓ। ਜਿਤੀ ਪਹੁੰਚ ਹੈ ਤਿਤੀ ਦਿਖਾਵਹੁ। ਫਿਰ ਜਿੰਨੀ ਤੁਹਾਡੀ ਪਹੁੰਚ ਹੈ ਉਹਨਾਂ ਤੁਸੀਂ ਦਿਖਾ ਦੇਵੋ। ਸੁਣ ਕੇ ਤਹਿ ਛਿਨ ਸ੍ਰੀ ਜਗਨਾਥਾ। ਇਹ ਸੁਣ ਕੇ ਉਸੇ ਛਿਨ ਜੋ ਭਾਈ ਸ੍ਰੀ ਜਗਤ ਦੇ ਮਾਲਕ ਸਭ ਤੋਂ ਸ਼੍ਰੋਮਣੀ, ਤਹਿ ਕੋ ਗਹਿਓ ਹਾਥ ਮਹਿ ਹਾਥਾ। ਉਹਦੇ ਪੁੱਤਰ ਦਾ ਮਹਾਰਾਜ ਨੇ ਹੱਥ ਵਿੱਚ ਹੱਥ ਫੜਿਆ। ਕਹਿਓ ਕਿ ਲੋਚਨ ਮੁੰਦੋਹ ਦੋਈ। ਤੇ ਉਹਦੇ ਪੁੱਤਰ ਨੂੰ ਕਿਹਾ ਭਾਈ ਦੋਵੇਂ ਅੱਖਾਂ ਬੰਦ ਕਰ ਲੈ। ਚਾਹੇ ਜੋ ਦੇਖ ਲਿਓ ਅਬ ਸੋਈ। ਜੋ ਤੂੰ ਚਾਹੁੰਦਾ ਹੁਣੇ ਹੀ ਵੇਖ ਲੈ। ਮੁੰਦਰਤ ਨੈਣ ਕੀਏ ਤਿਸ ਜਬ ਹੀ। ਜਦੋਂ ਉਸਨੇ ਅੱਖਾਂ ਬੰਦ ਕੀਤੀਆਂ, ਅਪਰ ਆਕਾਸ਼ ਦਿਖਾਇਓ ਤਬ ਹੀ। ਅਪਰ ਜਿਹਦਾ ਕੋਈ ਪਾਰਾਵਾਰ ਨਹੀਂ, ਇੰਨੇ ਮਹਾਰਾਜ ਨੇ ਆਕਾਸ਼ ਦਿਖਾਤੇ ਅੱਖਾਂ ਬੰਦ ਕਰਦੇ। ਕਿਤਕ ਦਿਵਸ ਤੇ ਬੀਚ ਬਿਹਾਰੇ। ਉਧਰ ਉਹਦੀਆਂ ਅੱਖਾਂ ਬੰਦ ਨੇ, ਉਹਨੇ ਸਮੇਂ ਦੇ ਵਿੱਚ ਹੀ ਮਹਾਰਾਜ ਨੇ ਉਹਨਾਂ ਆਕਾਸ਼ਾਂ ਦੇ ਵਿੱਚ ਉਹਦੇ ਕਿੰਨੇ ਹੀ ਜਿਹੜੇ ਦਿਨ ਬਤੀਤ ਕਰਵਾ ਦਿੱਤੇ। ਬਹੁਰ ਔਰ ਨਭ ਮਾਹੇ ਪਧਾਰੇ। ਫਿਰ ਹੋਰ ਆਕਾਸ਼ਾਂ ਦੇ ਵਿੱਚ ਪਧਾਰੇ ਹਨ। ਇਸ ਵਿਦ ਸੋ ਬਹੁ ਬਰਖ ਬਿਤਾਏ। ਇਹ ਪਰਮੇਸ਼ਰ ਦੀ ਮਾਇਆ ਹੈ। ਦੇਖੋ ਇਧਰੋਂ ਅੱਖਾਂ ਬੰਦ ਕੀਤੀਆਂ, ਉਧਰੋਂ ਕਿੰਨੇ ਹੀ ਸਾਲ ਉਹਦੇ ਬਤੀਤ ਕਰਾਤੇ, ਜਗ੍ਹਾ ਜਗ੍ਹਾ ਘਮਾਉਂਦੇ ਆ। ਲੱਖ ਆਕਾਸ਼ ਤਾਹੇ ਦਿਖ ਰਾਏ। ਅੰਤ ਨਹੀਂ ਕੋਈ ਆਇਆ, ਲੱਖਾਂ ਹੀ ਆਕਾਸ਼ ਉਸ ਨੂੰ ਦਿਖਾ ਦਿੱਤੇ। ਕਿਤਕ ਦਿਨ ਲਓ ਫਿਰ ਕਰ ਸਾਰੇ। ਕਿਉਂ ਸਾਰੇ ਪਾਸੇ ਕਿੰਨੇ ਹੀ ਦਿਨ ਫਿਰ ਕਰਕੇ। ਬਹੁਰੋ ਦੁਤੀਏ ਪਤਾਲ ਪਧਾਰੇ। ਫਿਰ ਦੂਜੇ ਪਾਸੇ ਪਤਾਲਾਂ ਵੱਲ ਨੂੰ ਚੱਲ ਪਏ। ਇਸ ਵਿਦ ਸੋਜੇ ਲੱਖ ਪਤਾਲਾ। ਇਸ ਤਰ੍ਹਾਂ ਨਾਲ ਭਾਈ ਜਿਹੜੇ ਲੱਖਾਂ ਹੀ ਪਤਾਲ ਹਨ, ਸਰਬ ਦਿਖਾਏ ਤਾਹੇ ਕਿਰਪਾਲਾ। ਕਿਰਪਾਲੂ ਸਤਿਗੁਰੂ ਜੀ ਨੇ ਸਾਰੇ ਦਿਖਾ ਦਿੱਤੇ। ਬਹੁਤ ਬਰਖ ਲਗ ਕਾਲ ਬਿਤਾਇਓ। ਬਹੁਤ ਸਾਲ ਜਿਹੜਾ ਹੈ, ਬੜਾ ਸਮਾਂ ਜਿਹੜਾ ਬਹੁਤ ਬਤੀਤ ਹੋ ਗਿਆ। ਵਿਚਰਤ ਪੀਰ ਤਾਤ ਅਕਲਾਇਓ। ਉਹ ਪੀਰ ਜਿਹੜਾ ਸੀ ਦਸਤਗੀਰ ਦਾ ਪੁੱਤਰ, ਪੀਰ ਦਾ ਪੁੱਤਰ ਪੀਰ ਤਾਤ, ਤਾਤ ਨਾਮ ਪੁੱਤਰ ਦਾ, ਅਕਲਾਇਓ ਵਿਆਕਲ ਹੋ ਗਿਆ। ਹਾਥ ਬੰਦ ਕਹਿ ਗੁਰੂ ਅਗਾਰੀ। ਗੁਰੂ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਹੋਏ ਅਧੀਨ ਬਹੁ ਬਿਨੈ ਉਚਾਰੀ। ਬਹੁਤ ਅਧੀਨ ਨਿਮਾਣਾ ਜਾ ਹੋ ਕੇ ਉਸਨੇ ਬੇਨਤੀ ਕੀਤੀ। ਅੰਤ ਨ ਆਵਤ ਗੈਨ ਪਤਾਲਾ। ਕਹਿੰਦਾ ਮਹਾਰਾਜ ਆ ਪਤਾਲ ਦੇ ਵਿੱਚ ਤੁਰੇ ਫਿਰਦੇ ਐ, ਕੋਈ ਅੰਤ ਨਹੀਂ ਆ ਰਿਹਾ। ਕਿੰਨੇ ਜਗ੍ਹਾ ਤੇ ਕੋਈ ਆਕਾਸ਼ ਹੈ, ਕੋਈ ਪਤਾਲ, ਕੋਈ ਅੰਤ ਨਹੀਂ ਹੈ। ਵਿਚਰਤ ਬੀਤ ਗਇਓ ਚਿਰ ਕਾਲਾ। ਮਹਾਰਾਜ ਫਿਰਦਿਆਂ ਨੂੰ ਬਹੁਤ ਸਮਾਂ ਬੀਤ ਗਿਆ।
ਚੱਲੋ ਆਪਣੇ ਅਬ ਅਸਥਾਨਾ। ਚੱਲੋ ਮਹਾਰਾਜ ਹੁਣ ਆਪਣੇ ਸਥਾਨ ਤੇ ਚੱਲੀਏ। ਤੁਮ ਖੁਦਾਏ ਹੈ ਲਖੋ ਨ ਆਨਾ। ਮਹਾਰਾਜ ਤੁਸੀਂ ਖੁਦਾ ਸਰੂਪੋਂ, ਤੁਹਾਨੂੰ ਅਸੀਂ ਜਾਣਿਆ ਨਹੀਂ। ਸੁਣ ਕੇ ਸ੍ਰੀ ਗੁਰ ਗਿਰਾ ਉਚਾਰੀ। ਇਹ ਸੁਣ ਕੇ ਧੰਨ ਗੁਰੂ ਪਾਤਸ਼ਾਹ ਜੀ ਨੇ ਫਿਰ ਬਚਨ ਕਹੇ, ਜੇ ਕਿਛ ਚਾਹ ਹੈ ਹਿਰਦੈ ਮਝਾਰੀ। ਜੇ ਭਾਈ ਹਿਰਦੇ ਵਿੱਚ ਹੋਰ ਕੋਈ ਵੇਖ ਤੇਰੀ ਚਾਹਨਾ ਹੈ, ਦੇਖੋ ਔਰ ਆਕਾਸ਼ ਪਤਾਲਾ। ਤਾਂ ਹੋਰ ਆਕਾਸ਼ ਪਤਾਲ ਤੈਨੂੰ ਦਿਖਾ ਦਿੰਦੇ ਹਾਂ। ਅੰਤ ਨਹੀਂ ਕਛ ਰਹੇ ਵਿਸਾਲਾ। ਕੋਈ ਅੰਤ ਨਹੀਂ ਹੈ, ਬਹੁਤ ਰਹਿ ਗਏ ਨੇ, ਹਜੇ ਤਾਂ ਪਤਾ ਹੀ ਨਹੀਂ ਕਿੰਨੇ ਕਰੇਂਦੇ। ਜੇ ਕਰ ਅਕੁਲਾਵਾ ਚਿਤ ਤੋਰਾ। ਹਾਂ ਭਾਈ, ਜੇ ਤੇਰਾ ਚਿੱਤ ਵਿਆਕੁਲ ਹੋ ਗਿਆ, ਚੱਲਿਓ ਚਾਹਿਤ ਹੈ ਆਪਣੇ ਠੌਰਾ। ਫਿਰ ਜੇ ਤੂੰ ਆਪਣੇ ਸਥਾਨ ਜਗ੍ਹਾ ਤੇ ਜਾਣਾ ਚਾਹੁੰਦਾ ਹੈ, ਤਬ ਪਿਤ ਨਿਸ਼ਚੈ ਆਵਹਿ ਜੈਸੇ। ਤਾਂ ਫਿਰ ਇਉਂ ਹੈ ਵੀ ਉਹ ਕਰਮ ਕਰੀਏ ਜਿਹਦੇ ਨਾਲ ਤੇਰੇ ਪਿਤਾ ਨੂੰ ਵੀ ਨਿਸ਼ਚਾ ਆ ਜੇ, ਯਕੀਨ ਆ ਜੇ। ਕਾਰਜ ਕਰੋ ਆਪ ਅਬ ਤੈਸੇ। ਹੁਣ ਫਿਰ ਤੂੰ ਇਉਂ ਕਰ ਵੀ ਉਹੇ ਜਿਹਾ ਕਾਰਜ ਕਰ। ਸੰਗਤ ਮੈਂ ਪੰਚਾਮ੍ਰਿਤ ਹੋਈ। ਫਿਰ ਜਿੱਥੇ ਵੀ ਮਹਾਰਾਜ ਜਾਂਦੇ ਨੇ, ਗੁਰੂ ਪਾਤਸ਼ਾਹ ਦੀ ਸੰਗਤ ਸਜਦੀ ਹੈ, ਉੱਥੇ ਭਾਈ ਕੜਾਹ ਪ੍ਰਸ਼ਾਦ ਤਿਆਰ ਹੁੰਦਾ ਹੈ। ਤਾਂ ਤੇ ਚੱਲੀਏ ਲੈ ਕਰ ਸੋਈ। ਹੁਣ ਮਹਾਰਾਜ ਕਹਿੰਦੇ ਵਾਪਸ ਜਾਂਦੇ ਹੋ ਸਾਰਾ ਪ੍ਰਸ਼ਾਦ ਜਗ੍ਹਾ ਜਗ੍ਹਾ ਤੋਂ ਲੈ ਕੇ ਚੱਲੀਏ ਸਾਰਾ। ਅਸ ਕਹਿ ਗਏ ਜਹਾਂ ਸਤ ਸੰਗਤ। ਇਸ ਤਰ੍ਹਾਂ ਕਹਿ ਕੇ ਜਿੱਥੇ ਵੀ ਸਤਸੰਗ ਹੋ ਰਹੀ ਹੈ, ਬੈਠੀ ਸੰਤਨ ਕੀ ਸ਼ੁਭ ਪੰਗਤ। ਸੰਤ ਪੁਰਸ਼ਾਂ ਦੀ, ਗੁਰਮੁਖਾਂ ਦੀਆਂ ਪੰਗਤਾਂ ਬੈਠੀਆਂ ਨੇ। ਗੁਰੂ ਪਾਤਸ਼ਾਹ ਮਹਾਰਾਜ ਅਕਾਲ ਸਰੂਪ ਸਾਰਿਆਂ ਨੂੰ ਉਪਦੇਸ਼ ਦੇ ਰਹੇ। ਸ੍ਰੀ ਗੁਰ ਅਵਲੋਕਾ ਹੈ ਜਬ ਹੀ। ਤੇ ਜਦੋਂ ਵੀ ਜਿੱਥੇ ਵੀ ਜਾਂਦਾ ਸ੍ਰੀ ਗੁਰੂ ਪਾਤਸ਼ਾਹ ਨੂੰ ਵੇਖਦਾ ਹੈ, ਔਰ ਭਰ ਹਰਖ ਉੱਠੇ ਸਭ ਤਬ ਹੀ। ਤੇ ਮਹਾਰਾਜ ਜਿੱਥੇ ਜਾਂਦੇ ਸਾਰੇ ਭਾਈ ਖੁਸ਼ੀ ਧਾਰ ਕੇ ਉੱਠਦੇ ਐ ਕਿ ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਆਏ। ਪਦ ਪੰਕਜ ਪਰ ਬੰਧਨ ਧਾਰੀ। ਚਰਨ ਕਮਲਾਂ ਤੇ ਬੰਦਨਾ ਕਰਦੇ ਹਨ। ਬੈਠਾਰੇ ਪੁਨ ਸਭਾ ਮਝਾਰੀ। ਤੇ ਮਹਾਰਾਜ ਨੂੰ ਦੀਵਾਨ ਦੇ ਵਿੱਚ, ਸਭਾ ਵਿੱਚ ਬਿਠਾਉਂਦੇ ਨੇ। ਦੀਪ ਬਾਰ ਆਰਤੀ ਉਤਾਰੀ। ਤੇ ਦੀਵੇ ਬਾਲ ਕੇ ਮਹਾਰਾਜ ਦੀ ਆਰਤੀ ਕਰਦੇ ਐ। ਪੂਜਨ ਕੀਨ ਪ੍ਰਸ਼ੰਸ ਉਚਾਰੀ। ਤੇ ਮਹਾਰਾਜ ਦੀ ਪ੍ਰਸ਼ੰਸਾ ਕਰਦੇ ਐ, ਪੂਜਾ ਕਰਦੇ ਹਨ। ਕਰ ਪੰਚਾਮ੍ਰਿਤ ਕੋ ਭਲ ਰੀਤੀ। ਤੇ ਭਲੀ ਜਿਹੜੀ ਹੈ ਮਰਜ਼ਾਦਾ ਦੇ ਅਨੁਸਾਰ ਕੜਾਹ ਪ੍ਰਸ਼ਾਦ ਤਿਆਰ ਕਰਦੇ ਐ। ਕੀ ਅਰਦਾਸ ਖਰੇ ਜੁਤ ਪ੍ਰੀਤੀ। ਤੇ ਪ੍ਰੀਤ ਦੇ ਨਾਲ ਖੜ ਕੇ ਅਰਦਾਸ ਕੀਤੀ ਜਿਹੜੀ ਮਹਾਰਾਜ ਦੇ, ਕਿਉਂਕਿ ਇਹੀ ਗੁਰਮੁਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਸਾਰੀ ਸਭ ਜਗ੍ਹਾ ਤੇ ਮਹਾਰਾਜ ਦੀ ਇਹ ਮਰਜ਼ਾਦਾ ਹੈ, ਕੜਾਹ ਪ੍ਰਸ਼ਾਦ ਫਿਰ ਅਰਦਾਸ ਕਰਨੀ। ਤੇ ਜਿੱਥੇ ਵੀ ਇਹ ਕੜਾਹ ਪ੍ਰਸ਼ਾਦ ਤਿਆਰ ਕਰਦੇ ਹਨ, ਫਿਰ ਭਾਈ ਪ੍ਰੀਤ ਸਹਿਤ ਖੜੇ ਹੋ ਕੇ, ਬਹੁਤ ਵਾਰੀ ਹੁੰਦਾ ਕਿ ਅਰਦਾਸ ਖੜੇ ਹੋ ਕੇ ਕਰਨੀ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਲਿਖਿਆ, ਤਿਸੈ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਜਿਹੜੀ ਸੰਗਤੀ ਅਰਦਾਸ ਹੈ ਉਹ ਗੁਰਮੁਖੋ ਗੁਰੂ ਇਸ਼ਟ ਦੀ ਹਜ਼ੂਰੀ 'ਚ ਖੜ ਕੇ ਹੀ ਕੀਤੀ ਜਾਂਦੀ ਹੈ। ਇੱਕ ਹੁੰਦੀ ਹੈ ਸੂਖਮ ਹਿਰਦੇ ਦੀ ਅਰਦਾਸ, ਉਹ ਆਪਾਂ ਪਏ ਵੀ, ਤੁਰੇ ਫਿਰਦੇ, ਕੰਮ ਕਰਦੇ, ਮਸ਼ੀਨਰੀ ਚਲਾਉਂਦੇ, ਉੱਠਦੇ ਬਹਿੰਦੇ, ਉਹ ਹਿਰਦੇ ਤੋਂ ਆਪਾਂ ਸੂਖਮ ਕਰਦੇ ਹੀ ਹਾਂ ਹਰ ਸਮੇਂ। ਤੇ ਜਿਹੜੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੈ, ਇਹ ਫਿਰ ਖੜ ਕੇ ਹੀ ਅਰਦਾਸ ਕੀਤੀ ਜਾਂਦੀ ਹੈ, ਇਹੀ ਮਰਜ਼ਾਦਾ ਹੈ। ਉਹ ਸਭ ਨੇ ਭਾਈ ਪ੍ਰੀਤ ਸਹਿਤ ਅਰਦਾਸ ਕੀਤੀ। ਬਾਹਰੋ ਬਾਂਟ ਦੀਨ ਸਭ ਤਾਹੀ। ਫਿਰ ਸਾਰਿਆਂ ਤਾਈਂ ਕੜਾਹ ਪ੍ਰਸ਼ਾਦ ਵਰਤਾ ਦਿੱਤਾ ਹੈ। ਲੀਨ ਪੀਰ ਸੁਤ ਹਰਖ ਵਡਾਹੀ। ਤੇ ਉਹ ਜਿਹੜਾ ਪੀਰ ਦਾ ਪੁੱਤਰ ਹੈ
ਉਹ ਸਾਰੀ ਜਗ੍ਹਾ ਤੋਂ ਪ੍ਰਸ਼ਾਦ ਇੱਕ ਕੌਲੇ ਬਰਤਨ ਵਿੱਚ ਪਵਾਈ ਜਾਂਦਾ, ਉਹਨੂੰ ਕੁਝ ਕੌਲ ਲਿਖਿਆ ਹੈ ਤੇ ਬਹੁਤ ਖੁਸ਼ੀ ਵਧਾਉਂਦਾ ਹੈ। ਇਸ ਵਿਦ ਬਹੁ ਸੰਗਤ ਕੇ ਮਾਹੀ, ਇਸ ਤਰ੍ਹਾਂ ਬਹੁਤ ਸੰਗਤਾਂ ਦੇ ਵਿੱਚ ਫਿਰੇ ਪ੍ਰਭੂ ਦਿਖਰਾਈ ਤਾਹੀ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਫਿਰੇ ਗਏ, ਸਾਰੀ ਜਗ੍ਹਾ ਤੇ ਉਹਨੂੰ ਸੰਗਤਾਂ ਦਿਖਾਈਆਂ। ਜਬ ਕੱਚ ਕੌਲ ਪੂਰ ਤੇ ਲੀਨਾ, ਤੇ ਜਦੋਂ ਕੁਝ ਕੌਲ ਭਾਵ ਉਹ ਜਿਹੜਾ ਬਰਤਨ ਸੀ ਭਾਂਡਾ ਪੂਰਾ ਭਰ ਗਿਆ ਹੈ। ਸ੍ਰੀ ਗੁਰ ਬਹੁਰ ਪਿਆਨੋ ਕੀਨਾ, ਫਿਰ ਸ੍ਰੀ ਗੁਰੂ ਪਾਤਸ਼ਾਹ ਜੀ ਨੇ ਉੱਥੋਂ ਚੱਲਣਾ ਕੀਤਾ। ਤਬ ਬਗਦਾਦ ਦੇਸ਼ ਮਹਿ ਆਏ, ਫਿਰ ਬਗਦਾਦ ਦੇਸ਼ ਵਿੱਚ ਆ ਗਏ। ਉਤੋਂ ਪੀਰ ਬਹੁ ਨਰ ਜਿਸ ਥਾਏ, ਤੇ ਉਧਰ ਤਾਂ ਹੁਣ ਛੈਣੀ ਲੱਗਿਆ, ਅੱਖਾਂ ਬੰਦ ਕਰਾਈਆਂ। ਇੰਨੇ ਸਮੇਂ 'ਚ ਦੇਖੋ ਮਹਾਰਾਜ ਨੇ ਕਿੰਨੇ ਸਾਲ ਬਤੀਤ ਕਰਤੇ। ਪੰਜਵੇਂ ਪਾਤਸ਼ਾਹ ਮਹਾਰਾਜ ਦੀ ਜੀਵਨ ਦੀ ਸਾਖੀ ਆਉਂਦੀ ਹੈ ਜਦੋਂ ਹਰੀਪੁਰ ਰਿਆਸਤ ਦਾ ਰਾਜਾ ਸੀ ਤੇ ਉਹਦੇ ਗੁਰਮੁਖੋ ਸੁਪਨੇ ਦੇ ਵਿੱਚ ਜੀਵਨ ਦੇਖੋ ਕਿੰਨਾ ਬਤੀਤ ਕਰਤਾ। ਭੀਲਾਂ ਦੇ ਘਰ ਜੰਮਿਆ, ਜਵਾਨ ਹੋਇਆ, ਵਿਆਹ ਹੋ ਗਿਆ, ਬੱਚੇ ਹੋ ਗਏ, ਫਿਰ ਬਜ਼ੁਰਗ ਹੋ ਗਿਆ, ਧੀਆਂ ਪੁੱਤ ਵਿਆਹੇ ਗਏ, ਉਹਨਾਂ ਦੇ ਗਾਹਾਂ ਪੋਤਰੇ ਦੋਤਰੇ ਦੋਤੀਆਂ ਪੋਤੀਆਂ ਹੋ ਗਈਆਂ। ਫਿਰ ਉਹ ਮਰ ਵੀ ਜਾਂਦਾ। ਫਿਰ ਜਦੋਂ ਦੱਬਣ ਫਿਰ ਇਹਨੂੰ ਜਾਗ ਆਉਂਦੀ ਹੈ, ਬੈਠਾ ਹਜੇ ਥੋੜਾ 5-7 ਮਿੰਟ ਪਹਿਲਾਂ ਹੀ ਸੀ ਦਰਖਤ ਨਾਲ ਢੋ ਲਾ ਕੇ, ਹੈਰਾਨੀ ਵੀ ਹੋਈ। ਫਿਰ ਸੋਚਦਾ ਐਵੇਂ ਸੁਪਨਾ ਜਿਹਾ ਆਇਆ ਸੀ, ਤੇ ਉਹ ਜਿਹੜਾ ਰਾਤ ਨੂੰ ਆਇਆ ਉਹ ਸਾਰਾ ਦੇਖੋ ਉੱਥੇ ਜੰਗਲ ਵਿੱਚ ਹੀ ਉਹਨੂੰ ਸਾਰਾ ਪ੍ਰਸੰਗ ਦਿਖਾਤਾ। 10ਵੇਂ ਪਾਤਸ਼ਾਹ ਮਹਾਰਾਜ ਨੇ 101 ਜਨਮ ਸਮੀਰ ਦਾ ਸੁਪਨੇ 'ਚ ਬਤੀਤ ਕਰਵਾਤਾ ਸੀ। ਮਹਾਰਾਜ ਦੇ ਕੋਲ ਆਇਆ ਜਦੋਂ, ਹੈਰਾਨ ਵੀ ਹੋਇਆ। ਸਵੇਰੇ ਉੱਠ ਕੇ ਜਦੋਂ ਕੁਰਲਾ ਕੀਤਾ, ਜਿਹੜਾ ਪਿਛਲਾ ਜਨਮ 101ਵਾਂ ਜਦੋਂ ਬੀਤਿਆ, ਉਹ ਮਾਲਵੇ ਦੀ ਧਰਤੀ ਵਿੱਚ ਪੀਲੂ ਹੁੰਦੇ ਸੀ ਤੇ ਉਹ ਖਾਂਦਾ ਫਿਰਦਾ। ਉਹਦੇ ਬੀਜ ਛੋਟੇ ਛੋਟੇ ਹੁੰਦੇ ਆ, ਬੇਰਾਂ ਵਰਗਾ ਪੀਲੂ ਹੈ, ਉਹ ਵੀ ਟੁਕੜੇ ਦੰਦਾਂ 'ਚ ਫਸੇ ਹੋਏ। ਤੇ ਜਦੋਂ ਸਵੇਰੇ ਉੱਠ ਕੇ ਕੁਰਲੀ ਕੀਤੀ, ਪਹਿਲਾਂ ਤਾਂ ਆਈ ਸੀ ਕਦੇ ਕੁੱਤਾ ਬਿੱਲਾ ਕੀੜਾ ਪਤਾ ਨਹੀਂ ਕੀ ਕੀ ਕੁਛ ਬਣਿਆ। ਤੇ ਉੱਠਿਆ ਤੇ ਸੋਚਿਆ ਤਾਂ ਐਵੇਂ ਸੁਪਨਾ ਸੀ। ਕੁਰਲਾ ਕਰਨ ਲੱਗੇ ਉਹ ਬੀ ਨਿਕਲੇ ਆਏ ਜਾੜਾਂ 'ਚੋਂ। ਫੇਰ ਹੈਰਾਨ ਹੋਇਆ, ਫੇਰ ਦਿਮਾਗ ਲਾਇਆ ਵੀ ਹੁਣ ਤਾਂ ਪੀਲੂਆਂ ਦੀ ਰੁੱਤ ਵੀ ਹੈ ਨਹੀਂ, ਇਹ ਕਿੱਥੋਂ ਆ ਗਏ। ਇਹ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਕਹਿੰਦੇ ਸਾਰਾ ਸੁਪਨੇ 'ਚ ਬੀਤਿਆ, ਤੂੰ ਭਾਈ ਤੇਰੇ ਤੇ ਬਖਸ਼ਿਸ਼ ਹੋਈ, ਸੇਵਾ ਕੀਤੀ ਹੈ ਸਮੀਰ, ਤੇਰਾ 101 ਜਨਮ ਰਹਿੰਦਾ ਸੀ ਅਜੇ, ਉਹ ਅਸੀਂ ਸਾਰਾ ਤੇਰਾ ਰਾਤ ਸੁਪਨਿਆਂ 'ਚ ਬਤੀਤ ਕਰਵਾ ਕੇ ਹੁਣ ਤੈਨੂੰ ਮੁਕਤ ਕਰਤਾ, ਤੇਰਾ ਜਨਮ ਮਰਨ ਕੱਟ ਦਿੱਤਾ। ਇਧਰ ਇਸੇ ਤਰ੍ਹਾਂ ਛਿੰਦ ਦੇ ਵਿੱਚ ਮਹਾਰਾਜ ਨੇ ਇੰਨਾ ਕੁਝ ਭਾਈ ਇਸ ਨੂੰ ਦਿਖਾ ਦਿੱਤਾ ਹੈ। ਇਹ ਬਗਦਾਦ ਆ ਗਏ। ਹੁਤੋ ਪੀਰ ਬਹੁ ਨਰ ਜਿਸ ਥਾਏ, ਜਿੱਥੇ ਉਹ ਪੀਰ ਦਸਤਗੀਰ ਹੈ ਤੇ ਹੋਰ ਬਹੁਤ ਲੋਕ ਹਨ। ਬੂਝਨ ਕੀਨ ਪੀਰ ਸੁਤ ਤਾਹੀ, ਪੀਰ ਦੇ ਪੁੱਤਰ ਨੂੰ ਪੁੱਛਣਾ ਕੀਤਾ। ਲੱਖ ਪਤਾਲ ਨਭ ਦੇਖੇ ਜਾਹੀ, ਇਹ 10 ਲੱਖਾਂ ਪਤਾਲ ਆਕਾਸ਼ ਮੈਂ ਤੈਂ ਵੇਖ ਲੈ ਜਾ ਕੇ। ਕੈ ਫਕੀਰ ਨੇ ਝੂਠ ਅਲਾਏ, ਜਾਂ ਫਿਰ ਇਹ ਦੱਸ ਵੀ ਆ ਜਿਹੜਾ ਫਕੀਰ ਹੈ ਇਹਨੇ ਝੂਠ ਹੀ ਬੋਲਿਆ ਹੈ। ਹਟ ਕੈ ਤੂਰਨ ਤੁਮ ਚੱਲ ਆਏ, ਉਹਦਾ ਵਾਪਸ ਦਾ ਤੁਰੰਤ ਹੀ ਤੁਸੀਂ ਆ ਗਏ ਹੋ। ਬਿਸਮਿਓ ਦਸਤਗੀਰ ਸੁਤ ਸੁਣ ਕੇ, ਇਹ ਦਸਤਗੀਰ ਦਾ ਪੁੱਤਰ ਸੁਣ ਕੇ ਹੈਰਾਨ ਹੋਇਆ। ਅਤਸੈ ਅਚਰਜ ਤੋ ਮਨ ਗੁਣ ਕੈ, ਮਨ ਵਿੱਚ ਵਿਚਾਰਦਾ ਬਹੁਤ ਜ਼ਿਆਦੇ ਹੈਰਾਨ ਅਚਰਜ ਹੈ। ਕਹਿਣ ਲੱਗਿਓ ਹੇ ਪਿਤਾ ਸੁਨੀਜੈ, ਕਹਿਣ ਲੱਗਿਆ ਆਪਣੇ ਪਿਤਾ ਦਸਤਗੀਰ ਨੂੰ, ਹੇ ਪਿਤਾ ਸੁਣ, ਇਹੋ ਦਰਵੇਸ਼ ਖੁਦਾਏ ਲਖੀਜੈ, ਇਹਨਾਂ ਨੂੰ ਖੁਦਾ ਦਾ ਦਰਵੇਸ਼ ਜਾਣ ਲੈ। ਤੁਮ ਤੋ ਕਹਿਓ ਕਿ ਤੂਰਨ ਆਏ, ਤੂੰ ਤਾਂ ਪਿਤਾ ਇਹ ਕਹਿ ਰਿਹਾ ਕਿ ਤੁਸੀਂ ਤੁਰੰਤ ਆ ਗਏ ਹੋ। ਕਿਤੇ ਸਹਸ ਹਮ ਬਰਖ ਬਿਤਾਏ,
ਪਰ ਅਸੀਂ ਤਾਂ ਕਿੰਨੇ ਹਜ਼ਾਰਾਂ ਸਾਲ ਬਤੀਤ ਕਰਤੇ। ਲੱਖ ਪਾਤਾਲ ਆਕਾਸ਼ ਦਿਖਾਏ, ਇਹਨਾਂ ਨੇ ਮੈਨੂੰ ਲੱਖਾਂ ਹੀ ਪਤਾਲ ਆਕਾਸ਼ ਦਿਖਾ ਦਿੱਤੇ। ਬਾਹਰੋ ਓਰਕ ਹਾਥ ਨ ਆਏ, ਫਿਰ ਹੋਰ ਕੋਈ ਅੰਤ ਨਹੀਂ ਹੱਥ ਆਇਆ, ਭਾਵ ਕਿ ਅਸੀਂ ਅੰਤ ਨਹੀਂ ਪਾ ਸਕੇ। ਕਿਹੜਾ ਮੁੱਕ ਗਏ ਸੀ ਅੱਗੇ ਦੀ ਅੱਗੇ, ਕੋਈ ਪਤਾ ਨਹੀਂ ਕਿੰਨੇ ਕਹਿ ਗਇਓ ਹਾਰ ਅਵਲੋਕਿਓ ਜਬ ਹੀ। ਐ ਪਿਤਾ, ਜਦੋਂ ਮੈਂ ਵੇਖਦਾ ਵੇਖਦਾ ਹੰਭ ਗਿਆ, ਕਹਿ ਯਾਰ ਮੈਂ ਹਟ ਆਵਾ ਤਬ ਹੀ। ਫਿਰ ਮੈਂ ਇਹਨਾਂ ਨੂੰ ਕਹਿ ਕੇ ਵਾਪਸ ਆਇਆ ਹਾਂ। ਜਹ ਕਹਿ ਸੰਗਤ ਇਨ ਕੀ ਦੇਖੀ। ਫਿਰ ਹੋਰ ਜਿੰਨੇ ਆਕਾਸ਼ਾਂ ਪਤਾਲਾਂ ਵਿੱਚ ਗਏ, ਜਿੱਥੇ ਕਿੱਥੇ ਵੀ ਇਹਨਾਂ ਦੀ ਅਸੀਂ ਸੰਗਤ ਵੇਖੀ। ਪਦ ਪੂਜੈ ਕਰ ਪ੍ਰੀਤ ਵਿਸੇਖੀ, ਜਿਹੜੇ ਕਿ ਵਿਸ਼ੇਸ਼ ਪ੍ਰੀਤ ਸਹਿਤ ਇਹਨਾਂ ਦੇ ਚਰਨਾਂ ਕਮਲਾਂ ਦੀ ਪੂਜਾ ਕਰਦੇ। ਦਸਤਗੀਰ ਸੁਨ ਸੁਤ ਕੀ ਬਾਣੀ, ਦਸਤਗੀਰ ਪੀਰ ਪੁੱਤਰ ਦੇ ਬੋਲ ਇਹ ਬਚਨ ਸੁਣ ਕੇ ਬਿਸਮ ਰਹਿਓ ਕਛ ਜਾਤ ਨ ਜਾਨੀ। ਉਹ ਹੈਰਾਨ ਰਹਿ ਗਿਆ, ਉਹਨੂੰ ਕੁਛ ਜਾਣਿਆ ਨਹੀਂ ਜਾਂਦਾ ਕਿ ਗੱਲ ਕੀ ਹੋ ਗਈ। ਇਹ ਠਾਂ ਘਟ ਕਾ ਬੀਤੀ ਦੋ, ਇੱਥੇ ਤਾਂ 2 ਘੜੀਆਂ ਹੀ ਬਤੀਤ ਹੋਈਆਂ ਹਨ। ਬੈਠੇ ਰਹੇ ਉੱਠੇ ਨਹਿ ਕੋ, ਸਭ ਇੱਥੇ ਹੀ ਬੈਠੇ ਰਹੇ ਨੇ, ਕੋਈ ਉੱਠਿਆ ਵੀ ਨਹੀਂ। ਸਭ ਬਿਦ ਲਖ ਕੈ ਮਾਨ ਅਚੰਬਾ, ਸਭ ਬਿਦ ਲਖ ਕੈ ਮਾਨ ਅਸੰਭਾ। ਸਾਰਾ ਕੁਝ ਜਾਣ ਕੇ ਮਨ ਵਿੱਚ ਅਚਰਜਤਾ ਮੰਨ ਕੇ ਮਾਨ ਰਹਿਓ ਮਨ ਪੀਰ ਅਚੰਬਾ। ਜਿਹੜਾ ਪੀਰ ਦਸਤਗੀਰ ਹੈ ਉਹ ਮਨ ਦੇ ਵਿੱਚ ਅਚੰਭਾ ਮੰਨਦਾ ਹੈ। ਇਹ ਤੋ ਮਾਨੁਖ ਤਨ ਨਹਿ ਹੋਈ, ਇਹ ਸੋਚਦਾ ਵੀ ਇਹ ਕੋਈ ਮਨੁੱਖ ਦਾ ਤਨ ਨਹੀਂ ਹੈ, ਇਹ ਸਰੀਰ ਐਵੇਂ ਜੇ ਮਨੁੱਖਾਂ ਵਾਲਾ ਜਾਣ ਲਈ ਉਹ ਨਹੀਂ। ਇਹ ਖੁਦਾਏ ਧਰਿਓ ਤਨ ਸੋਈ, ਇਹ ਤਾਂ ਖੁਦਾ ਨੇ ਆਪ ਹੀ ਸਰੀਰ ਧਾਰਿਆ ਹੋਇਆ ਹੈ। ਇਸ ਕੀ ਸਰਬਰ ਹੋਏ ਨ ਕੋਈ, ਇਸ ਦੇ ਵਰਗਾ ਹੋਰ ਕੋਈ ਨਹੀਂ ਹੈ। ਬੰਧਨ ਬਨੈ ਬੰਦ ਕਰ ਦੋਈ, ਤਾਂ ਉਸ ਸਮੇਂ ਫਿਰ ਭਾਈ ਬੰਦਨਾ ਕਰਦਾ ਦੋਵੇਂ ਹੱਥ ਜੋੜ ਕਰਕੇ। ਅਸ ਵਿਚਾਰ ਕੈ ਪਾਇਨ ਪਰਿਓ, ਇਹਨਾਂ ਨੂੰ ਬੰਦਨਾ ਕਰਨੀ ਬਣਦੀ ਹੈ ਵਿਚਾਰ ਕੇ ਗੁਰੂ ਪਾਤਸ਼ਾਹ ਜੀ ਦੇ ਚਰਨੀ ਪੈ ਗਿਆ। ਔਰ ਕੋ ਸਰਬ ਗਰਭ ਹਰ ਹਰੇ ਪਰ ਹਰਿਓ, ਆਪਣੇ ਹਿਰਦੇ ਦਾ ਸਾਰਾ ਹੰਕਾਰ ਦੂਰ ਕਰ ਲਿਆ। ਸਭ ਮੁਰੀਦ ਕੋ ਗਿਰਾ ਅਲਾਈ, ਤੇ ਸਾਰੇ ਜਿੰਨੇ ਚੇਲੇ ਨੇ ਮੁਰੀਦ ਉਹਨਾਂ ਨੂੰ ਬਚਨ ਕਹਿੰਦਾ ਹੈ। ਪਗ ਲਗ ਲੇਹੁ ਖਤਾ ਬਖਸ਼ਾਈ, ਇਹਨਾਂ ਦੇ ਚਰਨੀ ਲੱਗ ਕੇ ਆਪਣੇ ਗੁਨਾਹ ਭੁੱਲਾਂ ਨੂੰ ਬਖਸ਼ਾ ਲਵੋ। ਇਸ ਕੋ ਮਾਨੁਖ ਤਨ ਨਹਿ ਜਾਨੋ, ਕਹਿੰਦਾ ਇਹਨਾਂ ਨੂੰ ਮਨੁੱਖਾ ਸਰੀਰ ਨਾ ਜਾਣੋ। ਐਨ ਖੁਦਾਏ ਸਰੂਪ ਪਛਾਨੋ, ਇਹ ਐਨ ਖੁਦਾ ਦਾ ਹੀ ਸਰੂਪ, ਬਿਲਕੁਲ ਖੁਦਾ ਦਾ ਸਰੂਪ ਪਛਾਣ ਲਓ। ਲੋਗਨ ਸੁਨ ਆਇਸ ਨਿਜ ਪੀਰ, ਲੋਗਾਂ ਨੇ ਭਾਈ ਆਪਣੇ ਪੀਰ ਦਾ ਹੁਕਮ ਆਗਿਆ ਸੁਣ ਕੇ ਪੁਨः ਦੇਖਿਓ ਗੁਣੀ ਗਹੀਰ, ਫਿਰ ਗੁਣਾਂ ਦੇ ਗਹੀਰ ਸਤਿਗੁਰੂ ਵੱਲ ਨੂੰ ਵੇਖਿਆ। ਪਾਇਨ ਆਏ ਉਤਾਇਲ ਪਰੇ, ਬੜੀ ਛੇਤੀ ਨਾਲ ਆ ਕੇ ਮਹਾਰਾਜ ਦੇ ਚਰਨੀ ਪਏ ਹਨ। ਨਾਨਾ ਵਿਦਨ ਉਪਾਇਨ ਧਰੇ, ਤੇ ਬਹੁਤ ਤਰ੍ਹਾਂ ਦੀਆਂ ਭਟਾਵਾਂ ਮਹਾਰਾਜ ਦੇ ਚਰਨਾਂ ਤੇ ਰੱਖੀਆਂ। ਉਤਰੀ ਅਧੋ ਭੁਜਾ ਸਭ ਹੀ ਕੀ, ਫਿਰ ਭਾਈ ਜਿੰਨੀਆਂ ਤਾਹਾਂ ਨੂੰ ਬਾਹਾਂ ਕੀਤੀਆਂ ਹੋਈਆਂ ਸੀ ਭੁਜਾ, ਉਹ ਸਾਰਿਆਂ ਦੀਆਂ ਜਿਹੜੀਆਂ ਨੇ ਹੇਠਾਂ ਉਤਰ ਆਈਆਂ, ਜਿਹੜੀਆਂ ਹੰਕਾਰ ਦੇ ਨਾਲ ਕਰਨ ਨਾਲ ਉੱਪਰ ਨੂੰ ਹੋਈਆਂ ਸਨ, ਉਹ ਫਿਰ ਸਾਰਿਆਂ ਦੀ, ਕਿਉਂਕਿ ਮਹਾਰਾਜ ਨੇ ਖੇਡ ਐਸੀ ਵਰਤਾ ਦਿੱਤੀ ਸੀ, ਬਾਹਾਂ ਭਾਈ ਥੱਲੇ ਆ ਗਈਆਂ ਹਨ। ਭਈ ਅਗਾਰੀ ਵਿਦ ਜੈਮਨੀਕੀ, ਉਸੇ ਵਾਂਗੂ ਪਹਿਲਾਂ ਵਾਂਗੂ ਹੋ ਗਈਆਂ ਜਿਵੇਂ ਪਹਿਲਾਂ ਚੰਗੀਆਂ ਸਹੀ ਸਨ। ਤੇ ਛਿਨ ਸਰਦਾ ਬਧੀ ਮਹਾਨਾ,
ਉਸ ਵੇਲੇ ਫਿਰ ਸਭ ਦੇ ਮਨ ਵਿੱਚ ਬਹੁਤ ਸ਼ਰਧਾ ਵਧੀ। ਪੂਜਨ ਲੱਗੇ ਉਹ ਸਰਬ ਤੁਰ ਕੰਨ। ਸਾਰੇ ਜਿੰਨੇ ਤੁਰਕ ਹਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੂੰ ਪੂਜਣ ਲੱਗੇ। ਨ੍ਰਿਪ ਆਇਓ ਚਰਨਨ ਸਿਰ ਧਾਰਾ। ਤੇ ਬਕਰ ਖਲੀਫਾ ਰਾਜਾ ਵੀ ਆ ਗਿਆ। ਉਹਨੇ ਵੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਤੇ ਸਿਰ ਰੱਖਿਆ ਹੈ। ਕਹਿਓ ਕਿ ਬਖਸ਼ੋ ਮੈਂ ਅਨੁਸਾਰਾ। ਕਹਿਣ ਲੱਗਿਆ ਮਹਾਰਾਜ ਮੈਂ ਤੁਹਾਡੇ ਅਨੁਸਾਰ ਹਾਂ, ਤੁਹਾਡੇ ਅਧੀਨ ਹਾਂ, ਤੁਹਾਡੇ ਹੁਕਮ ਵਿੱਚ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲਵੋ। ਮੇਰੇ ਗ੍ਰਹਿ ਮੈਂ ਸੁਤ ਨਹਿ ਹੋਏ। ਮਹਾਰਾਜ ਮੇਰੇ ਘਰ ਦੇ ਵਿੱਚ ਪੁੱਤਰ ਨਹੀਂ ਹੈ, ਕਿਰਪਾ ਕਰੋ ਬਰ ਦੇਵੋ ਮੋਹੇ। ਕਿਰਪਾ ਕਰਕੇ ਮਹਾਰਾਜ ਮੈਨੂੰ ਪੁੱਤਰ ਦਾ ਵਰ ਦੇਵੋ। ਕਹਿ ਸਤਿਗੁਰ ਹੈ ਨ੍ਰਿਪ ਸੁਣ ਲੀਜੈ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੈ ਰਾਜਾ ਸੁਣ। ਕੈਦ ਫਕੀਰ ਸਭੀ ਤਜ ਦੀਜੈ। ਜਿੰਨੇ ਤੂੰ ਫਕੀਰ ਕੈਦ ਕੀਤੇ ਨੇ ਸਾਰੇ ਛੱਡ ਦੇ। ਸੁਣ ਆਇਸ ਸਭ ਤਜੇ ਫਕੀਰਾ। ਉਹਨੇ ਹੁਕਮ ਸੁਣ ਕੇ ਮਹਾਰਾਜ ਦਾ ਸਾਰੇ ਫਕੀਰ ਛੱਡ ਦਿੱਤੇ। ਸੇਵਾ ਕਰਨ ਲੱਗਿਓ ਗੁਰ ਧੀਰਾ। ਗੁਰੂ ਸਾਹਿਬ ਜੀ ਦੀ ਧੀਰਜ ਸਹਿਤ ਸੇਵਾ ਕਰਨ ਲੱਗ ਪਿਆ। ਸਤਿਗੁਰ ਤਿਸ ਕੀ ਸ਼ਰਧਾ ਹੇਰੀ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਕਰ ਖਲੀਫੇ ਰਾਜੇ ਦੀ ਸ਼ਰਧਾ ਵੇਖੀ। ਏਕ ਲੌਂਗ ਦੀਨੋ ਤਿਸ ਬੇਰੀ। ਤੇ ਉਸ ਨੂੰ ਮਹਾਰਾਜ ਨੇ ਉਸ ਸਮੇਂ ਇੱਕ ਲੌਂਗ ਦਿੱਤਾ ਹੈ। ਨ੍ਰਿਪ ਲੈ ਕਰ ਸ਼ਾਹੇ ਬੇਗਮ ਦਇਓ। ਰਾਜਾ ਲੈ ਗਿਆ ਤੇ ਜਾ ਕੇ ਸ਼ਾਹੀ ਬੇਗਮ ਜਿਹੜੀ ਹੈ ਮੁੱਖ ਉਸ ਨੂੰ ਉਹ ਲੌਂਗ ਦਿੱਤਾ। ਕਿਰਪਾ ਗੁਰਨ ਕੀ ਗਰਭ ਧਰਿਓ। ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਉਸ ਜਿਹੜੀ ਬੇਗਮ ਸੀ ਉਹਨੂੰ ਆਸ ਉਮੀਦ ਪੁੱਤਰ ਦੀ ਹੋਈ, ਜੋ ਗਰਭ ਭਾਵ ਪੇਟ ਦੇ ਵਿੱਚ ਉਸ ਦੇ ਪੁੱਤਰ ਦੀ ਹੋਂਦ ਪ੍ਰਗਟ ਹੋਈ। ਬੇਗਮ ਸ਼ਰਧਾ ਸੋ ਵੱਡ ਮੁੱਲਾ। ਜਿਹੜੀ ਬੇਗਮ ਹੈ ਉਹ ਸ਼ਰਧਾ ਦੇ ਨਾਲ ਫਿਰ ਬਹੁਤ ਹੀ ਕੀਮਤੀ। ਪਟ ਅੰਬਰ ਬਨਵਾਇਓ ਚੋਲਾ। ਤੇ ਇੱਕ ਰੇਸ਼ਮੀ ਕੱਪੜੇ ਦਾ ਮਹਾਰਾਜ ਨੂੰ ਚੋਲਾ ਬਣਵਾਇਆ। ਆਪਣੇ ਕਰ ਸੋ ਕਰੇ ਉਹ ਨਕਾਸ਼। ਤੇ ਉਸਨੇ ਆਪਣੇ ਹੱਥਾਂ ਨਾਲ ਤੇ ਨਕਾਸ਼ ਕੀਤਾ, ਜਿਵੇਂ ਪੁਰਾਣੇ ਸਮਿਆਂ ਵਿੱਚ ਕਢਾਈ ਕਰਦੀਆਂ ਹੁੰਦੀਆਂ ਸੀ ਬੀਬੀਆਂ, ਹੱਥੀਂ ਕਰਦੀਆਂ ਬਸਤਰ ਦੇ ਉੱਤੇ। ਸਭ ਕੁਰਾਨ ਲਿਖ ਦੀਨੋ ਖਾਸ। ਤੇ ਉਹਨੇ ਆਪ ਉਸ ਚੋਲੇ ਦੇ ਉੱਤੇ ਸਾਰੇ ਕੁਰਾਨ ਦੀਆਂ ਐਤਾਂ ਲਿਖ ਦਿੱਤੀਆਂ। ਪਟਰਾਨੀ ਧੀਰਗ ਬੁੱਧਵਾਰੀ। ਉਹ ਜਿਹੜੀ ਪਟਰਾਣੀ ਸੀ ਨਾ ਬਹੁਤ ਵੱਡੀ ਬੁੱਧੀ ਵਾਲੀ ਸੀ। ਕੀਨ ਸਚੋਲਾ ਅਦਭੁਤ ਤਿਆਰੀ। ਤੇ ਅਦਭੁਤ ਜਿਹਾ ਜਿਹੜਾ ਹੈਰਾਨੀਜਨਕ ਅਜੀਬ ਤਰ੍ਹਾਂ ਦਾ ਚੋਲਾ ਤਿਆਰ ਕੀਤਾ। 10ਵੇਂ ਮਾਸ ਪੁੱਤਰ ਜਨਵਾਇਓ। 10ਵੇਂ ਮਹੀਨੇ ਫਿਰ ਪੁੱਤਰ ਦਾ ਜਨਮ ਹੋਇਆ। ਨ੍ਰਿਪ ਬਹੁ ਭੇਟ ਸੋ ਚੋਲਾ ਲਿਆਇਓ। ਰਾਜਾ ਹੋਰ ਬਹੁਤ ਭੇਟਾਵਾਂ ਤੇ ਉਹ ਚੋਲਾ ਵੀ ਲੈ ਕੇ ਆਇਆ। ਸਤਿਗੁਰ ਅਪਰ ਪਦਾਰਥ ਜੇਤਾ। ਗੁਰੂ ਸਾਹਿਬ ਨੇ ਭਾਈ ਹੋਰ ਜਿੰਨੇ ਪਦਾਰਥ ਸਨ ਦੇ ਦੀਨੋ ਰੰਕਨ ਕਉ ਤੇਤਾ। ਉਹ ਤਾਂ ਉੱਥੇ ਸਾਰੇ ਗਰੀਬ ਲੋਕਾਂ ਨੂੰ ਵਰਤਾ ਦਿੱਤੇ। ਚੋਲਾ ਦਸਤਗੀਰ ਸੁਤ ਦੀਨੋ। ਤੇ ਉਹ ਫਿਰ ਜਿਹੜਾ ਚੋਲਾ ਸੀ ਉਹ ਦਸਤਗੀਰ ਦੇ ਪੁੱਤਰ ਨੂੰ ਦੇ ਦਿੱਤਾ ਮਹਾਰਾਜ ਨੇ। ਲੈ ਆਦਰ ਸੋ ਗ੍ਰਹਿ ਰੱਖ ਲੀਨੋ। ਉਹਨੇ ਆਦਰ ਨਾਲ ਲੈ ਕਰਕੇ ਆਪਣੇ ਘਰ ਰੱਖ ਲਿਆ। ਏਕ ਬਰਖ ਗੁਰ ਤਹਾਂ ਗੁਜ਼ਾਰੇ। 1 ਸਾਲ ਮਹਾਰਾਜ ਨੇ ਉੱਥੇ ਬਤੀਤ ਕੀਤਾ। ਦੇ ਉਪਦੇਸ਼ ਅਦਕ ਨਰ ਤਾਰੇ। ਤੇ ਉਪਦੇਸ਼ ਦੇ ਕੇ ਮਹਾਰਾਜ ਨੇ ਬਹੁਤ ਭਾਈ ਲੋਕਾਂ ਨੂੰ ਤਾਰਨਾ ਕੀਤਾ। ਬਹੁਰ ਗਮਨ ਕੀ ਕੀਨ ਤਿਆਰੀ।
ਫਿਰ ਮਹਾਰਾਜ ਨੇ ਹੁਣ ਇੱਥੋਂ ਚੱਲਣ ਦੀ ਤਿਆਰੀ ਕੀਤੀ। ਹਰੀ ਪ੍ਰੇਮ ਤਬ ਐਸ ਉਚਾਰੀ। ਤਾਂ ਉਸ ਸਮੇਂ ਹਰੀ ਪ੍ਰੇਮ ਸੰਤ ਨੈਣ ਪ੍ਰੇਮ ਸਿੰਘ ਜੀ ਕਥਾ ਸੁਣਾ ਰਹੇ ਹੈ, ਲਿਖਵਾ ਰਹੇ ਨੇ। ਤੇ ਗੁਰੂ ਨਾਨਕ ਦੇ ਪਾਤਸ਼ਾਹ ਦੀ ਅੰਸ਼-ਬੰਸ਼ ਉਸੇ ਸਮੇਂ ਇਹਨਾਂ ਦੇ ਗੁਰ ਭਾਈ ਬਾਬਾ ਪ੍ਰੇਮ ਸਿੰਘ ਬੇਦੀ ਉਹ ਕਥਾ ਸੁਣਦੇ ਆ। ਫਿਰ ਉਹ ਸੁਣਦੇ ਸਵਾਲ ਕਰ ਦਿੰਦੇ ਸਨ। ਹਰੀ ਪ੍ਰੇਮ ਤਬ ਐਸ ਉਚਾਰੀ। ਤਾਂ ਬਾਬਾ ਪ੍ਰੇਮ ਸਿੰਘ ਜੀ ਨੇ ਪੁੱਛਿਆ ਵੀ ਹੇ ਸੰਤ ਨੈਣ ਪ੍ਰੇਮ ਸਿੰਘ, ਮਦਰ ਦੇਸ ਆਇਓ ਕਿਮ ਚੋਲਾ। ਫਿਰ ਇਹ ਦੱਸੋ ਵੀ ਉਹ ਚੋਲਾ ਤਾਂ ਪੰਜਾਬ ਦੀ ਧਰਤੀ ਤੇ ਆਇਆ, ਉਹ ਕਿਵੇਂ ਆਇਆ ਮਦਰ ਦੇਸ ਵਿੱਚ? ਦੇ ਹੋਰੇ ਦੇ ਹਮਰੋ ਭ੍ਰਮ ਖੋਲਾ। ਇਹ ਮੇਰੇ ਹਿਰਦੇ ਦਾ ਭਰਮ ਹੈ, ਇਹਨੂੰ ਕਿਰਪਾ ਕਰਕੇ ਖੋਲ ਦਿਓ। ਸੁਨਤ ਦਾਸ ਤਬ ਐਸ ਉਚਾਰੀ। ਤਾਂ ਸੰਤ ਨੈਣ ਪ੍ਰੇਮ ਸਿੰਘ ਜੀ ਕਹਿੰਦੇ ਜਦੋਂ ਬਾਬਾ ਪ੍ਰੇਮ ਸਿੰਘ ਬੇਦੀ ਜੀ ਨੇ ਕਿਹਾ ਵੀ ਇਹ ਵੀ ਦੱਸੋ, ਤਾਂ ਸੁਣ ਕੇ ਫਿਰ ਅਸੀਂ ਭਾਈ ਇਸ ਤਰ੍ਹਾਂ ਕਿਹਾ, ਅਖਲ ਪ੍ਰਸੰਗ ਸੁਨੋ ਇਹ ਬਾਰੀ। ਇਉਂ ਕਰੋ ਵੀ ਇਹ ਵੀ ਹੁਣ ਸਾਰਾ ਜਿਹੜਾ ਪ੍ਰਸੰਗ ਹੈ ਹੁਣ ਤੁਸੀਂ ਇਸ ਵੇਲੇ ਪਹਿਲਾਂ ਇਹ ਸੁਣ ਲਵੋ। ਏਕ ਸਮੇਂ ਗੁਰ ਅੰਸ਼ ਗਏ ਤਹ। ਇੱਕ ਸਮੇਂ ਗੁਰੂ ਦੀ ਅੰਸ਼, ਗੁਰੂ ਪਾਤਸ਼ਾਹ ਮਹਾਰਾਜ ਦੀ ਅੰਸ਼ ਬੰਸ਼ ਬਾਬਾ ਸ੍ਰੀ ਚੰਦ, ਇਧਰ ਗੁਰਮੁਖੋ ਬਾਬਾ ਲਖਮੀ ਦਾਸ, ਉਹਨਾਂ ਦੇ ਅੱਗੇ ਪੁੱਤਰ ਬਾਬਾ ਧਰਮ ਚੰਦ, ਇਉਂ ਗੁਰੂ ਕੀ ਅੰਸ਼ ਬੰਸ਼ ਉਹ ਗਏ। ਨਾਮ ਕਾਬਲੀ ਬਾਬਾ ਮੱਲ ਜਹ। ਉਹਨਾਂ ਦਾ ਨਾਂ ਸੀ ਬਾਬਾ ਕਾਬਲੀ ਮੱਲ ਜੀ, ਗੁਰੂ ਕੀ ਅੰਸ਼ ਬੰਸ਼ ਜਿਹੜੇ ਦਸਤਗੀਰ ਕੇ ਪੋਤਰੇ ਜੋਈ। ਉਹ ਕਿਤੇ ਉਧਰ ਗਏ ਸੀ ਬਗਦਾਦ ਵਿੱਚ, ਤੇ ਉਸ ਸਮੇਂ ਦਸਤਗੀਰ ਦਾ ਪੋਤਰਾ ਸੀ ਉਸ ਦੀ ਗੱਦੀ ਤੇ ਬੈਠਾ। ਤਿਸ ਤੇ ਲੀਨ ਸਚੋਲਾ ਸੋਈ। ਉਹ ਚੋਲਾ ਫਿਰ ਬਾਬਾ ਕਾਬਲੀ ਮੱਲ ਜੀ ਜਿਹੜੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਅੰਸ਼ ਬੰਸ਼, ਉਹ ਚੋਲਾ ਲੈ ਆਏ। ਡੇਰੇ ਬਾਬਾ ਨਾਨਕ ਆਏ। ਤੇ ਡੇਰਾ ਬਾਬਾ ਨਾਨਕ ਇੱਥੇ ਲੈ ਆਏ ਸਨ। ਕੀਨ ਸਥਾਪਨ ਚੋਲਾ ਸਾਏ। ਇੱਥੇ ਲਿਆ ਕੇ ਫਿਰ ਉਹ ਚੋਲਾ ਜਿਹੜਾ ਹੈ ਸਥਾਪਿਤ ਕਰ ਦਿੱਤਾ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਦੇ ਬਗਦਾਦ ਚੋਲਾ ਪ੍ਰਸੰਗ ਵਰਣਨ, ਬਗਦਾਦ ਦਾ ਤੇ ਚੋਲੇ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਤ੍ਰਿਤ ਪੰਚਾ ਸਤ ਮੰਦਰ ਹੈ। ਤ੍ਰਿਤ 3 ਪੰਚਾ 7 50। ਭਾਈ ਇਹ 53ਵਾਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 54ਵੇਂ ਘਰ ਦਾ ਪ੍ਰਸੰਗ ਦੱਸ ਰਹੇ ਹਨ। ਸ੍ਰੀ ਗੁਰ ਜਸ ਸਰ ਕਮਲਪੁਰ ਮਨ ਕਰ ਭੌਰ ਲੁਭਾਏ। ਮੰਗਲ ਕਰਦੇ ਨੇ ਭਾਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਜਸ ਹੈ, ਸ੍ਰੀ ਗੁਰ ਜਸ ਸਰ ਕਮਲਪੁਰ। ਇਹ ਜਾਣੋ ਭਾਈ ਕਮਲ, ਕਮਲ ਦੀ ਬਾੜੀ ਹੈ, ਕਮਲ ਫੁੱਲਾਂ ਦੀ, ਜੋ ਗੁਰੂ ਦਾ ਜਸ ਹੈ। ਮਨ ਕਰ ਭੌਰ ਲੁਭਾਏ। ਆਪਣੇ ਮਨ ਨੂੰ ਭੌਰਾ ਕਰਕੇ ਲੁਭਾਏ, ਮਾਨ ਹੋ ਜਾਓ। ਨਿਸ ਦਿਨ ਵਿਚਰੋ ਤਾਸ ਮਹਿ ਗਤ ਸੁਗੰਧ ਸ਼ੁਭ ਪਾਏ। ਜਿਵੇਂ ਭੌਰਾ ਕਮਲ ਦੇ ਫੁੱਲਾਂ ਵਿੱਚ ਰਹਿੰਦਾ ਨਾ, ਇਸੇ ਤਰ੍ਹਾਂ ਮਨ ਰੂਪੀ ਭੌਰੇ ਨੂੰ ਗੁਰੂ ਦੇ ਜਸ ਤੇ ਲੁਭਾਏ ਮਾਨ ਕਰ ਲੋ। ਨਿਸ ਦਿਨ ਵਿਚਰੋ ਤਾਸ ਮੈਂ। ਰਾਤ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਸ ਵਿੱਚ ਰਹੋ। ਗਤ ਸੁਗੰਧ ਸ਼ੁਭ ਪਾਏ। ਤਾਂ ਮੁਕਤੀ ਰੂਪੀ ਜੋ ਸ਼ੁਭ ਸੁਗੰਧੀ ਹੈ, ਕੇਵਲ ਮੁਕਤੀ, ਉਹ ਪ੍ਰਾਪਤ ਹੋ ਜਾਵੇਗੀ। ਚੌਪਈ ਸੁਣਿਓ ਸਰੋਤਾ ਕਥਾ ਮਹਾਨਾ। ਹੁਣ ਹੇ ਸਰੋਤਿਓ ਭਾਈ ਅੱਗੇ ਮਹਾਨ ਕਥਾ ਸੁਣੋ। ਸਤਿਗੁਰ ਸੋ ਬੋਲੇ ਮਰਦਾਨਾ। ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਅਬ ਤੋ ਕੀਨੀ ਸੈਲ ਕਨੇਰੀ।
ਮਹਾਰਾਜ ਹੁਣ ਤਾਂ ਬਹੁਤ ਸੈਰ ਕਰ ਲਈ ਐ, ਫਿਰੇ ਜਹਾਂ ਤਹਿ ਚਿਤ ਬਹੁ ਘੇਰੀ। ਮਹਾਰਾਜ ਜਹਾਂ ਤਹਾਂ ਜਿੱਥੇ ਵੀ ਦੇਖੋ ਤੁਸੀਂ, ਬਹੁਤ ਧਰਤੀ ਹੈ ਜਿਹੜੀ, ਬਹੁਤ ਘੁੰਮਣ ਘੇਰੀਆਂ, ਸਾਰੀ ਜਗ੍ਹਾ ਜਿੱਥੇ ਜਿੱਥੇ ਆਪਾਂ ਫਿਰ ਲਏ ਹਾਂ। ਗਮਨ ਕਰੋ ਅਬ ਆਪਨ ਕੀਤਾ। ਮਹਾਰਾਜ ਹੁਣ ਆਪਾਂ ਆਪਣੇ ਘਰ ਨੂੰ ਚੱਲੀਏ। ਸੁਨ ਬੋਲੇ ਬੇਦੀ ਕੁਲ ਕੀਤਾ। ਬੇਦੀ ਕੁਲ ਦੇ ਨਿਸ਼ਾਨ ਤੁਝਾ ਸਤਿਗੁਰੂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਮਰਦਾਨੇ ਘਰ ਯਾਦ ਤੁਮਾਰੇ। ਭਾਈ ਮਰਦਾਨਿਆ, ਤੈਨੂੰ ਜਿਹੜਾ ਘਰ ਹੈ ਉਹ ਹਮੇਸ਼ਾ ਯਾਦ ਰਹਿੰਦਾ ਹੈ। ਰਹਿਤ ਸਦਾ ਨਹਿ ਕਰੋ ਬਿਸਾਰੇ। ਹਮੇਸ਼ਾ ਹੀ ਤੈਨੂੰ ਘਰ ਚੇਤੇ ਰਹਿੰਦਾ, ਤੂੰ ਭੁੱਲਦਾ ਨਹੀਂ ਹੈ। ਜਾਵਨ ਕੀ ਅਤ ਚਾਹੇ ਜੇ ਹੋਹੀ। ਜੇ ਭਾਈ ਮਰਦਾਨਿਆ ਤੈਨੂੰ ਜਾਣ ਦੀ ਬਹੁਤ ਇੱਛਾ ਹੋ ਰਹੀ ਹੈ, ਦੇਹੋਂ ਪੁਚਾਏ ਬਿਲਮ ਬਿਨ ਤੋਹੀ, ਤਾਂ ਤੈਨੂੰ ਬਿਨਾਂ ਦੇਰੀ ਤੋਂ ਭਾਈ ਪਹੁੰਚਦਾ ਕਰ ਦਿੰਦੇ ਹਾਂ। ਕਹਿ ਮਰਦਾਨਾ ਸਾਹਿਜ ਸੁਭਾਇਕ। ਭਾਈ ਮਰਦਾਨਾ ਸਹਿਜ ਸੁਭਾਅ ਕਹਿੰਦਾ, ਮੈਂ ਬੂਝੇ ਸੁਣੀਏ ਸੁਖਦਾਇਕ। ਕਹਿਣ ਲੱਗਿਆ, ਮਹਾਰਾਜ ਜੀ ਮੈਂ ਪੁੱਛਿਆ, ਹੈ ਸੁੱਖਾਂ ਦੇ ਦਾਇਕ, ਸੁਖ ਦੇਣ ਵਾਲੇ ਸਤਿਗੁਰੂ ਜੀ ਮੈਂ ਸਮਝੇ ਸੁਣੋ। ਪ੍ਰਥਮੈ ਜਾਓ ਨ ਸਦਨ ਮਝਾਰੇ। ਕਹਿਣ ਲੱਗਿਆ, ਬਾਦਸ਼ਾਹ ਮੈਂ ਪਹਿਲਾਂ ਤਾਂ ਨਹੀਂ ਜਾਣਾ ਹੈ ਆਪਣੇ ਘਰ ਵਿੱਚ, ਆਪ ਚੱਲੋ ਤੋਂ ਜਾਓ ਸੰਗਾਰੇ। ਮਹਾਰਾਜ ਜੇ ਤੁਸੀਂ ਆਪ ਚੱਲੋਗੇ ਤੁਹਾਡੇ ਨਾਲ ਹੀ ਜਾਵਾਂਗਾ। ਸ੍ਰੀ ਗੁਰ ਬੋਲੇ ਸਹਿਜ ਸੁਭਾਏ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਹਿਜ ਸੁਭਾਅ ਬੋਲੇ, ਭਾਈ ਮਰਦਾਨਿਆ ਤੂੰ ਹਮ ਤੇ ਪਹਿਲੇ ਹੀ ਜਾਏ। ਨਹੀਂ ਭਾਈ, ਤੂੰ ਸਾਡੇ ਤੋਂ ਪਹਿਲਾਂ ਹੀ ਜਾਵੇਂਗਾ। ਸਥਿਰ ਆਲੈ ਲੇਹੋ ਸੰਭਾਰੂ। ਹੁਣ ਤੂੰ ਆਲੈ ਕਹੀਏ ਘਰ ਸਥਿਰ, ਉਹ ਭਾਈ ਪੱਕਾ ਘਰ ਹੈ ਜਿਹੜਾ ਉਸ ਦੀ ਸੰਭਾਲ ਕਰ ਲੈ। ਭਉ ਬੰਧਨ ਤੇ ਹੋਇ ਛੁਟਕਾਰੂ। ਆ ਜਿਹੜਾ ਭੈਦਾਇਕ ਸੰਸਾਰ ਹੈ, ਇਸ ਤੋਂ ਭਉ ਬੰਧਨ ਤੇ, ਇਹ ਭੈ ਰੂਪੀ ਜਿਹੜੇ ਬੰਧਨ ਹਨ, ਇਹਨਾਂ ਤੋਂ ਛੁਟਕਾਰਾ ਕਰ ਲੈ। ਜਗ ਮਹਿ ਹੋਵੇ ਫੇਰ ਨ ਫੇਰਾ। ਭਾਈ ਮਰਦਾਨਿਆ ਤੇਰਾ ਜਗਤ ਵਿੱਚ ਮੁੜ ਕੇ ਹੁਣ ਫੇਰਾ ਨਹੀਂ ਹੋਵੇਗਾ। ਜਨਮ ਮਰਨ ਦੁੱਖ ਮਿਟ ਗਾ ਤੇਰਾ। ਤੇਰਾ ਜਨਮ ਮਰਨ ਦਾ ਦੁੱਖ ਮਿਟ ਗਿਆ ਹੈ। ਜਾਣਿਓ ਸਾਚ ਬਚਨ ਪ੍ਰਭ ਹੋਹੰ। ਤਾਂ ਨੇ ਜਾਣਿਆ ਭਾਈ ਮਰਦਾਨੇ ਨੇ ਕਿ ਗੁਰੂ ਸਾਹਿਬ ਦੇ ਜਿਹੜੇ ਬਚਨ ਉਹ ਸੱਚ ਹੀ ਹੋਣੇ ਹਨ। ਬੋਲਿਓ ਮਰਦਾਨਾ ਨਹਿ ਮੋਹੰ। ਕਹਿਣ ਲੱਗਿਆ ਭਾਈ ਮਰਦਾਨਾ, ਮਹਾਰਾਜ ਹੁਣ ਮੈਨੂੰ ਕੋਈ ਮੋਹ ਨਹੀਂ ਹੈ। ਜਹ ਜਾ ਥਲ ਛੁਟੈ ਕਵਨ ਥਲ ਹੋਹੀ। ਮਹਾਰਾਜ ਜਿੱਥੇ ਮੇਰੇ ਜਿਹੜੇ ਜਹ ਥਲ ਛੁੱਟਿਆ, ਜਿਹੜੀ ਜਗ੍ਹਾ ਤੇ ਪ੍ਰਾਣ ਛੁੱਟਣੇ ਆ, ਉਹ ਕਿਹੜਾ ਥਲ ਹੈ, ਥਾਂ ਹੈ। ਰਹੀ ਆਰ ਬਲਾ ਕਿਤਨੀ ਕੁਮੋਹੀ। ਤੇ ਬਾਕੀ ਇਹ ਵੀ ਦੱਸ ਦਿਓ ਮਹਾਰਾਜ ਫਿਰ ਮੇਰੀ ਉਮਰ ਕਿੰਨੀ ਕੁ ਰਹਿ ਗਈ ਹੈ। ਕਹਿ ਗੁਰ ਦਿਵਸ ਪੰਚ ਅਬ ਰਹਿ ਹੈ। ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਤੇਰੀ ਉਮਰ 5 ਦਿਨ ਦੀ ਰਹਿ ਗਈ। ਖੁਰਮੇ ਸ਼ਹਿਰ ਚਲੋ ਅਬ ਜੈ ਹੈ। ਇਹਨੂੰ ਖੁਰਮਾ ਵੀ ਲਿਖਿਆ, ਕੁਰਮਾ ਸ਼ਹਿਰ ਵੀ ਲਿਖਿਆ। ਖੁਰਮੇ ਸ਼ਹਿਰ ਵਿੱਚ ਹੁਣ ਜਾਓ ਚੱਲੀਏ। ਅਸ ਕਹਿ ਖੁਰਮੇ ਪੁਰ ਮਹਿ ਗਏ। ਇਸ ਤਰ੍ਹਾਂ ਕਹੇ ਕਿ ਮਹਾਰਾਜ ਖੁਰਮੇ ਸ਼ਹਿਰ ਚਲੇ ਗਏ। ਸੁੰਦਰ ਥਲ ਪਿਖ ਬੈਠਤ ਭਏ। ਸੋਹਣਾ ਜਗ੍ਹਾ ਵੇਖ ਕਰਕੇ ਬਹਿ ਗਏ। ਸਤਿਗੁਰ ਮਰਦਾਨੇ ਸੋ ਕਹਿਓ। ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਕਿਹਾ, ਅੰਤ ਪ੍ਰਸਾਦ ਛਕੋ ਜੋ ਚਾਹਿਓ। ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਹੁਣ ਅੰਤ ਸਮਾਂ ਤੇਰਾ, ਜੋ ਤੂੰ ਪ੍ਰਸਾਦ ਛਕਣਾ ਚਾਹੁੰਦਾ ਅੰਤਰੀ ਵਾਲ ਛਕ ਲੈ। ਸੁਨ ਆਗਿਆ ਖੁਰਮਾ ਕਛ ਖਾਇਓ। ਉਹਦਾ ਨਾਂ ਖੁਰਮਾ ਹੀ ਇਸ ਕਰਕੇ ਪਿਆ, ਉੱਥੇ ਖੁਰਮਾ ਖਾਣ ਵਾਲੀ ਵਸਤੂ ਹੈ, ਪਦਾਰਥ ਹੈ, ਉਹ ਬਹੁਤੇ ਹੁੰਦੇ ਸੀ। ਤੇ ਮਹਾਰਾਜ ਦੀ ਆਗਿਆ ਸੁਣ ਕੇ ਫਿਰ ਥੋੜਾ ਜਿਹਾ ਖੁਰਮਾ ਜਿਹੜੇ ਆ ਉਹ ਖਾਦੇ ਹਨ। ਦਿਨ ਪੰਚਮ ਤ੍ਰੈ ਘਟੀ ਰਹਾਇਓ। ਇਉਂ ਜਿਹੜਾ ਹੈ
ਪੰਜਵਾਂ ਦਿਨ ਫਿਰ ਆ ਗਿਆ ਤੇ 3 ਘੜੀਆਂ ਬਾਕੀ ਰਹਿ ਗਈਆਂ ਪੰਜਵੇਂ ਦਿਨ ਦੀਆਂ। ਗੁਰੂ ਬੂਝਿਓ ਕਿਆ ਸੁਧ ਮਰਦਾਨਾ। ਮਹਾਰਾਜ ਕਹਿੰਦੇ ਭਾਈ ਮਰਦਾਨਿਆ ਫਿਰ ਦੱਸ ਕੀ ਖਬਰ ਹੈ। ਭੀ ਤਿਆਰੀ ਤਿੰਨ ਬਤਨ ਬਖਾਨਾ। ਤਾਂ ਉਹਨੇ ਦੱਸਿਆ ਵੀ ਮਹਾਰਾਜ ਹੁਣ ਤਿਆਰੀ ਹੈ ਜਾਣ ਦੀ। ਆਪਣੇ ਮੁਖੋਂ ਇਹ ਬੋਲ ਬਚਨ ਕਹੇ, ਹੇ ਸਤਿਗੁਰ ਮੁਝ ਦੇਹ ਜਰਾਵੋ। ਮਹਾਰਾਜ ਨੇ ਪੁੱਛਿਆ ਵੀ ਦੱਸ ਤੇਰਾ ਅੰਤਰ ਸਮੇਂ ਕੀ, ਤੈਨੂੰ ਦੱਬੀਏ ਜਲਾਈਏ ਕੀ ਕਰੀਏ। ਕਹਿਣ ਲੱਗਿਆ, ਹੇ ਸਤਿਗੁਰੂ ਜੀ ਵੀ ਕਿਰਪਾ ਕਰਿਓ ਮੈਨੂੰ ਹੁਣ ਮੇਰੇ ਸਰੀਰ ਨੂੰ ਜਲਾ ਦਿਓ ਚਿਖਾ ਤੇ ਰੱਖ ਕਰਕੇ, ਇਹ ਮਰਜ਼ਾਦਾ। ਤੁਰਕਨ ਮਹਿ ਨਹਿ ਮੁਝੇ ਰਲਾਵੋ। ਮਹਾਰਾਜ ਹੁਣ ਮੈਂ ਤੁਰਕ ਥੋੜੋ ਰਿਹਾ, ਕਿਰਪਾ ਕਰੋ ਮੈਨੂੰ ਤੁਰਕਾਂ ਦੇ ਵਿੱਚ ਨਾ ਰਲਾਓ। ਗੁਰੂ ਭਨੈ ਜਸ ਇੱਛ ਤੁਮਾਰੰ। ਗੁਰੂ ਸਾਹਿਬ ਕਹਿੰਦੇ ਭਾਈ ਮਰਦਾਨਿਆ ਜਿਵੇਂ ਤੇਰੀ ਇੱਛਾ ਹੈ। ਨਹਿ ਦਫਨੈ ਤੁਝ ਦੈ ਹੈ ਜਾਰੰ। ਤੈਨੂੰ ਦਫਨਾਵਾਂਗੇ ਨਹੀਂ, ਤੇਰਾ ਸੰਸਕਾਰ ਕਰਾਂਗੇ। ਪਠਤੈ ਸ਼ਬਦੰ ਆਸਨ ਲੀਨਾ। ਭਾਈ ਮਰਦਾਨਾ ਗੁਰਬਾਣੀ ਸ਼ਬਦ ਪੜ੍ਹਦਾ ਰਿਹਾ ਤੇ ਆਸਣ ਲੈ ਲਿਆ ਉਸਨੇ। ਦੇਹ ਸਥੂਲ ਕੋ ਤਿਆਗਨ ਕੀਨਾ। ਆ ਸਥੂਲ ਦੇਹੀ ਨੂੰ ਤਿਆਗ ਦਿੱਤਾ। ਬਾਲੇ ਸਤਿਗੁਰ ਸੰਗ ਬਖਾਨਾ। ਬਾਲੇ ਭਾਈ ਬਾਲੇ ਸਤਿਗੁਰੂ ਪਾਤਸ਼ਾਹ ਨੂੰ ਕਿਹਾ, ਰਾਵਰ ਬਿਖੈ ਲੀਨ ਮਰਦਾਨਾ। ਕਹਿੰਦਾ ਮਹਾਰਾਜ ਭਾਈ ਮਰਦਾਨਾ ਤੁਹਾਡੇ ਵਿੱਚ ਲੀਨ ਹੋ ਗਿਆ। ਹੋਏ ਆਪ ਕੀ ਕਰਣਾ ਜਾਹੀ। ਤੇ ਆਪ ਜੀ ਦੀ ਮਹਾਰਾਜ ਕਿਰਪਾ ਹੋਵੇ ਜੈਸੀ। ਪ੍ਰਾਪਤ ਮ੍ਰਿਤ ਸੋ ਆਸ ਨਰ ਤਾਹੀ। ਜਿਨ੍ਹਾਂ ਤੇ ਮਹਾਰਾਜ ਤੁਹਾਡੀ ਕਿਰਪਾ ਹੁੰਦੀ ਹੈ ਨਾ, ਉਹਨਾਂ ਨੂੰ ਇਸ ਤਰ੍ਹਾਂ ਦੀ ਉਹਨਾਂ ਮਨੁੱਖਾਂ ਨੂੰ ਮੌਤ ਪ੍ਰਾਪਤ ਹੁੰਦੀ ਹੈ। ਜਿਉਂ ਗਜ ਫੂਲ ਮਾਲ ਕੋ ਡਾਰੈ। ਜਿਵੇਂ ਹਾਥੀ ਦੇ ਗਲ ਮਾਲਾ ਪਾਤੀ, ਉਹ ਸੁੰਡ ਨਾ ਲਾ ਕੇ ਪਾਸੇ ਰੱਖ ਦਿੰਦਾ, ਮੂੰਹ ਨਹੀਂ ਹੁੰਦਾ। ਜਿਵੇਂ ਹਾਥੀ ਫੁੱਲਾਂ ਦੀ ਮਾਲਾ ਲਾ ਕੇ ਸੁੱਟ ਦਿੰਦਾ ਹੈ, ਤਿਉਂ ਕੱਚ ਖੇਦ ਨ ਮਨ ਮਹਿ ਧਾਰੈ। ਉਸੇ ਤਰ੍ਹਾਂ ਹੀ ਮਹਾਰਾਜ ਭਾਈ ਮਰਦਾਨੇ ਨੇ ਕੋਈ ਖੇਦ ਦੁੱਖ ਮਨ ਵਿੱਚ ਨਹੀਂ ਧਾਰਿਆ। ਸ੍ਰੀ ਗੁਰ ਕਹਿਓ ਸੁਨੋ ਅਬ ਬਾਲਾ। ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭਾਈ ਬਾਲਿਆ ਸੁਣ, ਇਹ ਕੋ ਜਾਰ ਦੇਹੋ ਤਤਕਾਲਾ। ਹੁਣ ਭਾਈ ਤੁਰੰਤ ਇਹਦੇ ਸਰੀਰ ਦਾ ਸੰਸਕਾਰ ਕਰ ਦੇ। ਨਿਜ ਪਰ ਤੇ ਪਟ ਇੱਕ ਗੁਰ ਦੀਨੋ। ਆਪਣੇ ਪਰਨੇ ਆਪਣੇ ਦਸਤਾਰ ਵਿੱਚੋਂ ਇੱਕ ਗੁਰਮੁਖੋ ਜਿਹੜਾ ਹੈ ਵਸਤਰ ਗੁਰੂ ਸਾਹਿਬ ਨੇ ਦਿੱਤਾ। ਬਾਲੇ ਏਕ ਅਪਨ ਪਟ ਲੀਨੋ। ਇੱਕ ਭਾਈ ਬਾਲੇ ਨੇ ਆਪਣੇ ਕੋਲੋਂ ਵਸਤਰ ਲਿਆ। ਦੋਨੋਂ ਨੀਕੀ ਬਿਧ ਸੋ ਪਾਏ। ਦੋਵੇਂ ਚੰਗੀ ਮਰਜ਼ਾਦਾ ਨਾਲ ਭਾਈ ਮਰਦਾਨੇ ਤੇ ਪਾ ਦਿੱਤੇ। ਬਹੁ ਕਾਸ਼ਟ ਕੀਨੋ ਇੱਕ ਥਾਏ। ਤੇ ਬਹੁਤ ਲੱਕੜਾਂ ਇੱਕ ਜਗ੍ਹਾ ਇਕੱਠੀਆਂ ਕਰ ਲਈਆਂ। ਤਾ ਪਰ ਧਰ ਕੈ ਪਾਵਕ ਜਾਰੀ। ਉਸ ਉੱਤੇ ਧਰ ਕਰਕੇ ਅੱਗ ਲਾ ਦਿੱਤੀ। ਤਤ ਛਿਨ ਦੇਹ ਭਸਮ ਕਰ ਡਾਰੀ। ਤੁਰੰਤ ਹੀ ਉਹ ਦੇਹੀ ਸੁਆਹ ਕਰ ਦਿੱਤੀ, ਭਸਮ ਕਰ ਦਿੱਤੀ। ਇਤਨੇ ਮਹਿ ਬਹੁ ਨਰ ਤਾਬੇ ਆਏ। ਇੰਨੇ ਨੂੰ ਭਾਈ ਹੋਰ ਜਿਹੜੇ ਆ ਬਹੁਤ ਲੋਕ ਉੱਥੇ ਆ ਗਏ। ਸਤਿਗੁਰ ਚਰਨਨ ਪਰ ਲਪਟਾਏ। ਸਤਿਗੁਰੂ ਦੇ ਚਰਨਾਂ ਤੇ ਲਿਪਟੇ ਹਨ। ਸਿੱਖ ਬਨੇ ਲੀਨੋ ਉਪਦੇਸ਼ਾ। ਸਿੱਖ ਬਣ ਗਏ, ਮਹਾਰਾਜ ਦਾ ਉਪਦੇਸ਼ ਲਿਆ ਹੈ। ਕਹੈ ਕਿ ਸਤਿਗੁਰ ਬਸੋ ਹਮੇਸ਼ਾ। ਕਹਿੰਦੇ ਮਹਾਰਾਜ ਹਮੇਸ਼ਾ ਇੱਥੇ ਹੀ ਰਹੋ। ਕਹਿ ਸਤਿਗੁਰ ਜੇ ਦਰਸ਼ਨ ਚਾਹੋ। ਮਹਾਰਾਜ ਕਹਿੰਦੇ ਜੇ ਸਾਡੇ ਦਰਸ਼ਨ ਚਾਹੁੰਦੇ ਹੋ, ਧਰਮਸਾਲ ਇਹ ਠਾਂ ਬਣਵਾਓ। ਇਸ ਜਗ੍ਹਾ ਤੇ ਭਾਈ ਤੁਸੀਂ ਧਰਮਸਾਲ ਬਣਵਾਵੋ। ਸਤਿਗੁਰ ਬਚਨ ਮਾਨ ਤਿਸ ਕਾਲਾ। ਉਹਨਾਂ ਨੇ ਫਿਰ ਸਤਿਗੁਰੂ ਜੀ ਦੇ ਉਸ ਸਮੇਂ ਬਚਨ ਮੰਨ ਕੇ ਧਰਮਸਾਲ ਤੇ ਰਚੀ ਵਿਸਾਲਾ। ਇੱਕ ਵੱਡੀ ਧਰਮਸਾਲ ਰਚ ਦਿੱਤੀ।
ਮਰਦਾਨੇ ਕਾ ਦੇਹੁਰਾ ਭਇਓ। ਮਰਦਾਨੇ ਦਾ ਦਿਉਰਾ ਸਥਾਨ ਬਣਿਆ। ਖੁਰਮਾ ਸ਼ਹਿਰ ਜਗਤ ਪ੍ਰਗਟਾਇਓ। ਖੁਰਮੇ ਸ਼ਹਿਰ ਵਿੱਚ ਜੋ ਜਗਤ ਵਿੱਚ ਪ੍ਰਗਟ ਹੋਇਆ, ਮਸ਼ਹੂਰ ਹੋਇਆ। ਅਬ ਲਗ ਦੇਸ਼ ਤਿਸੈ ਕੀ ਸੰਗਤ। ਹੁਣ ਤੱਕ ਭਾਈ ਉਸ ਦੇਸ਼ ਦੀਆਂ ਸੰਗਤਾਂ ਕਰੈ ਦੇਹੁਰਾ ਪੂਜ ਮੰਗਤ। ਉਤਸ਼ਾਹ ਸਹਿਤ ਭਾਈ ਮਰਦਾਨੇ ਦੇ ਦੇਵਰੇ ਦੀ ਪੂਜਾ ਕਰਦੀਆਂ ਹਨ। ਸ਼ਾਹੀ ਸਮਤ 54 ਮਾਹੀ। ਇਹ ਭਾਈ ਨਾਨਕ ਸ਼ਾਹੀ ਸਮਤ ਭਾਵ 54ਵਾਂ ਸਾਲ ਹੈ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਸਰੀਰਕ। ਮੱਗਰ ਤੇਰਸ ਸਥਿਤ ਜਾਵੇ ਆਹੀ। 13 ਤੇਰਸ ਮੱਗਰ, 13 ਮੱਗਰ ਦੀ ਜਿਹੜੀ ਅਜਾਂ ਮੱਗਰ ਤੇਰਸ ਸਥਿਤ ਸੀ ਉਸ ਸਮੇਂ। ਮਰਦਾਨੇ ਨੇ ਕੀਨ ਚਲਾਨਾ। ਮੱਗਰ ਮਹੀਨੇ ਵਿੱਚ ਭਾਈ ਮਰਦਾਨੇ ਨੇ ਚਲਾਣਾ ਕੀਤਾ। ਇਹ ਤੇ ਚੱਲੇ ਗੁਰੂ ਗਤ ਦਾਨਾ। ਫਿਰ ਭਾਈ ਸਤਿਗੁਰੂ ਜੀ ਮੁਕਤੀ ਦਾਤੇ ਇੱਥੋਂ ਫਿਰ ਅੱਗੇ ਚੱਲ ਪਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਜਗ੍ਹਾ ਜਗ੍ਹਾ ਤਾਰਦੇ ਹੋ ਵਾਪਸ ਆ ਰਹੇ ਹੈ। ਆਓ ਹੁਣ ਟਾਈਮ ਹੋ ਗਿਆ ਹੈ। ਇਹ ਤੋਂ ਅੱਗੇ ਕਥਾ ਆਪਾਂ ਜੋ ਹੈ ਉਹ ਗੁਰਮੁਖੋ ਯਾਦ ਰੱਖਣਾ। ਪਰਸੋਂ ਕਥਾ ਸੁਣਾਂਗੇ, ਇਦੋਂ ਅੱਗੇ ਕੱਲ ਕਥਾ ਨਹੀਂ ਹੋਵੇਗੀ। ਪਰਸੋਂ ਇਸੇ ਤਰ੍ਹਾਂ ਸਭ ਮਾਈ ਭਾਈ ਦਰਸ਼ਨ ਦੇਣੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।